ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਹਾਗੜਾ ਮਹੱਲਾ ਨੌਵਾਂ। ਹਰਿ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਅਰ ਬਹੁ ਲੋਗ ਸਿਆਣੇ, ਹਰਿ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਅਰ ਬਹੁ ਲੋਗ ਸਿਆਣੇ। ਰਹਾਉ ਛਿਨ ਮਹਿ ਰਾਉ ਰੰਕ ਕਰੀ, ਰਾਉ ਰੰਕ ਕਰ ਡਾਰੇ। ਹੀਤੇ ਭਰੇ ਭਰੇ ਸਖਨਾਵੈ, ਜਹ ਤਾਂ ਕੋ ਵਿਵਹਾਰੇ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਨਾਨਾ ਰੂਪ ਤਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਅਗਨਤ ਅਪਾਰ ਅਲਖ ਨਿਰੰਜਨ, ਯਹ ਸਭ ਜਗ ਪਰਮਾਇਓ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਿਆਵਰ ਸਤਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਜਿੰਨੇ ਵੀ ਗੁਰਮੁਖ ਪਿਆਰੇ ਸਤ ਸੰਗੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ, ਨੌਵੇਂ ਗੁਰਦੇਵ, ਉਹਨਾਂ ਦੇ ਅੰਮ੍ਰਿਤਮਈ ਬਾਣੀ ਜੋ ਸ਼ਬਦਾਂ ਦੀ ਵਿਚਾਰ ਆਪਾਂ ਲੜੀਵਾਰ ਕਰ ਰਹੇ ਹਾਂ। ਅੱਜ ਇਹ ਸਤਿਗੁਰਾਂ ਦਾ ਸ਼ਬਦ ਹੈ। ਬਿਹਾਗੜੇ ਦੀ ਰਾਗ ਅੰਦਰ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਆਰੰਭਤਾ ਇੱਕ ਓੰਕਾਰ ਤੋਂ ਹੈ। ਜਦ ਵੀ ਆਪਾਂ ਕਿਸੇ ਵੀ ਸ਼ਬਦ ਦੀ ਕਥਾ ਕਰਨੀ ਹੈ ਤੇ ਉਸ ਦੇ ਨਾਲ ਚਾਹੇ ਮੰਗਲਾਚਰਨ ਹਰ ਇੱਕ ਸ਼ਬਦ ਨਾਲ ਆਵੇ ਤੇ ਮੰਗਲਾ ਚਰਨ ਦੀ ਵੀ ਵਿਚਾਰ ਕਰਨੀ ਅਤ ਲਾਜ਼ਮੀ ਹੈ, ਚਾਹੇ ਆਪਾਂ ਰੋਜ਼ਾਨਾ ਕਰਦੇ ਆ ਰਹੇ ਹਾਂ। ਅੱਜ ਸਤਿਗੁਰ ਜੀ ਬਚਨ ਕਰਦੇ ਨੇ, ਆਰੰਭਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਉਹ ਪਰਮਾਤਮਾ ਇੱਕ ਹੈ, ਇੱਕ ਰਸ ਵਿਆਪਕ ਹੈ। ਸਤਿਗੁਰ ਦਾ ਅਖਰੀ ਅਰਥ ਉਹ ਸੱਚਾ ਹੈ। ਪ੍ਰਸਾਦ ਦਾ ਲਫ਼ਜ਼ੀ ਅਰਥ ਹੈ ਉਹਨੂੰ ਮਿਲਣ ਦਾ ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਸਤਿਗੁਰੂ ਦੀ ਕਿਰਪਾ, ਸਤਿਗੁਰ ਦੀ ਬਖਸ਼ਿਸ਼। ਉਹ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਜਿਹੜਾ ਇੱਕ ਪਰਮਾਤਮਾ ਹੈ ਉਹ ਮਿਲਦਾ ਨਹੀਂ ਹੈ। ਕਿਉਂ? ਪ੍ਰਸਾਦ ਕਿਰਪਾ ਗੁਰੂ ਕਰਦਾ ਹੈ, ਉਦਮ ਕਰਮ ਇਨਸਾਨ ਕਰਦਾ ਹੈ। ਸਤਿਗੁਰਾਂ ਦੇ ਬਚਨ ਨੇ ਵੀ ਇਨਸਾਨ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਆਪਣੇ ਕਰਮਾਂ ਕਰਕੇ ਟੁੱਟਦਾ ਹੈ, ਵਿਛੜਦਾ ਹੈ, ਪਰ ਆਪਣੇ ਕਰਮਾਂ ਕਰਕੇ ਗੁਰੂ ਦੇ ਨਾਲ ਕਦੇ ਜੁੜਦਾ ਨਹੀਂ। ਜੁੜਦਾ ਜਦੋਂ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ। ਆਪਾਂ 12 ਮਾਹਾਂ ਦੇ ਆਰੰਭਤਾ ਦੇ ਵਿੱਚ ਤੁਕਾਂ ਪੜ੍ਹਦੇ ਹਾਂ ਸਤਿਗੁਰਾਂ ਦੀਆਂ। ਕਿਰਤ ਕਰਮ ਕੇ ਵਿਸੜੇ ਕਰ ਕਿਰਪਾ ਮੇਲੋ ਰਾਮ। ਕਿਉਂ? ਮੈਂ ਤੇਤੋਂ ਆਪਣੇ ਕਰਮਾਂ ਕਰਕੇ ਵਿਛੜ ਚੁੱਕਿਆ ਹਾਂ, ਪਰ ਮੈਂ ਕਰਮਾਂ ਕਰਕੇ ਤੇਰੇ ਨਾਲ ਮਿਲ ਨਹੀਂ ਸਕਦਾ। ਕਿਰਤ ਕਰਮ ਕੇ ਵਿਸੜੇ ਕਰ ਕਿਰਪਾ ਮੇਲੋ ਰਾਮ। ਆਪ ਕਿਰਪਾ ਕਰੋ, ਮੈਨੂੰ ਦੁਬਾਰਾ ਆਪਣੇ ਚਰਨਾਂ ਦੇ ਵਿੱਚ ਮੇਲ ਲਓ। ਮੈਂ ਵਿਚਾਰ ਕਰਾਂ ਵੀ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਇੱਕ ਰਸ ਹੈ, ਉਹ ਸੱਚਾ ਹੈ, ਮਿਲਦਾ ਉਹ ਪ੍ਰਭੂ ਦੀ ਕਿਰਪਾ ਦੇ ਨਾਲ ਹੈ। ਪਰਮਾਤਮਾ ਕਿਰਪਾ ਕਰੇ ਤਾਂ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਹੁਣ ਸਤਿਗੁਰਾਂ ਦੇ ਬਚਨ ਨੇ, ਆਪਾਂ ਇੱਕ ਪੜ੍ਹਦੇ ਹਾਂ, ਜਦੋਂ ਉਹਦੀ ਨਜ਼ਰ ਸਿੱਧੀ ਹੁੰਦੀ ਹੈ ਉਦੋਂ ਮਿਲਾਪ ਹੁੰਦਾ ਹੈ। ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਾਦਰ ਕਰਮ ਤਿਨ ਕਾਰ। ਜਿਹਦੇ ਉੱਤੇ ਉਹਦੀ ਨਜ਼ਰ ਹੋ ਗਈ, ਉਹਦੇ ਕਰਮ ਆਪਣੇ ਆਪ ਹੀ ਸਿੱਧੇ ਹੋ ਜਾਂਦੇ ਨੇ। ਤੇ ਅੱਜ ਸਤਿਗੁਰ ਜੀ ਬਚਨ ਕਰਦੇ ਨੇ। ਫਿਰ ਉਸ ਤੋਂ ਬਾਅਦ ਰਾਗ ਬਿਹਾਗੜਾ ਹੈ। ਬਿਹਾਗੜੇ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕੋ ਹੀ ਸ਼ਬਦ ਹੈ। ਉਸ ਤੋਂ ਬਾਅਦ ਸੋਰਠ ਰਾਗ ਦੇ ਅੰਦਰ ਸ਼ਾਇਦ ਸਤਿਗੁਰਾਂ ਦੇ 13 ਸ਼ਬਦ ਨੇ। ਰਾਗ ਬਿਹਾਗੜਾ ਹੈ, ਮਹੱਲਾ 9ਵਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੋਹਣੀ ਮਿੱਠੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਹਰ ਕੀ ਗਤ ਨਹਿ ਕੋ ਜਾਣੈ,
ਰਹਾਉ ਦੀਆਂ ਦੋ ਤੁਕਾਂ ਨੇ ਸਤਿਗੁਰਾਂ ਦੀਆਂ। ਕਿਉਂ ਆਪਾਂ ਰੋਜ਼ਾਨਾ ਵਿਚਾਰ ਕਰਦੇ ਹਾਂ ਵੀ ਜਿੰਨੇ ਵੀ 59 ਦੇ 59 ਸ਼ਬਦ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ, ਸ਼ਬਦ ਦੀ ਪਹਿਲੀਆਂ ਦੋ ਤੁਕਾਂ ਹੀ ਰਹਾਉ ਦੀਆਂ ਨੇ। ਸ਼ਬਦ ਦਾ ਜੋ ਕੇਂਦਰੀ ਭਾਵ, ਜੋ ਸ਼ਬਦ ਦਾ ਤੱਤ ਹੈ, ਜੋ ਸ਼ਬਦ ਦਾ ਅਰਥ ਹੈ, ਕੀ ਕਹਿਣਾ ਚਾਹੁੰਦੇ ਨੇ ਸਤਿਗੁਰੂ, ਉਹ ਰਹਾਉ ਦੀਆਂ ਤੁਕਾਂ ਦੇ ਵਿੱਚ। ਅੱਜ ਸਤਿਗੁਰੂ ਜੀ ਬਚਨ ਕਰਦੇ ਨੇ, ਹਰਿ ਕੀ ਗਤਿ ਨਹਿ ਕੋ ਜਾਣੈ। ਹਰੀ ਦਾ ਅਰਥ ਹੈ ਉਹ ਪਰਮਾਤਮਾ, ਗਤ ਦਾ ਅਰਥ ਹੈ ਉਹਨੂੰ ਕੋਈ ਜਾਣ ਨਹੀਂ ਸਕਦਾ, ਸਮਝ ਨਹੀਂ ਸਕਦਾ। ਨਹਿ ਕੋ ਜਾਣੈ, ਕੋਈ ਵੀ ਇਸ ਸੰਸਾਰ ਦਾ ਮਨੁੱਖ ਪਰਮਾਤਮਾ ਦੀ ਗਤ ਨੂੰ, ਆਪਾਂ ਕਹਿ ਲਈਏ ਪਰਮਾਤਮਾ ਦੇ ਕੌਤਕਾਂ ਨੂੰ, ਪਰਮਾਤਮਾ ਦੇ ਵਿਵਹਾਰ ਨੂੰ ਕੋਈ ਵੀ ਅਜੇ ਤੱਕ ਸਮਝ ਨਹੀਂ ਸਕਿਆ ਵੀ ਪਰਮਾਤਮਾ ਕਿਹੋ ਜਿਹਾ ਹੈ। ਇਹ ਪਹਿਲੀ ਤੁਕ ਦੇ ਅਰਥ ਨੇ, ਹਰਿ ਕੀ ਗਤਿ ਨਹਿ ਕੋ ਜਾਣੈ। ਅਜੇ ਤੱਕ ਕਿਸੇ ਨੇ ਜਾਣੀ ਨਹੀਂ। ਫਿਰ ਅੱਗੇ ਸਤਿਗੁਰੂ ਜੀ ਦੱਸਦੇ ਨੇ ਵੀ ਜੋਗੀ, ਜਤੀ, ਤਪੀ ਸਾਰੇ ਖਪ ਖਪ ਕੇ ਹਾਰ ਗਏ। ਸਾਰੇ ਪਰਮਾਤਮਾ ਨੂੰ ਪਾਉਣ ਵਾਸਤੇ ਘਰ-ਬਾਰ ਛੱਡ ਕੇ ਪਹਾੜਾਂ ਤੇ ਚਲੇ ਗਏ, ਪਰ ਕਿਸੇ ਨੂੰ ਪਰਮਾਤਮਾ ਦੀ ਸਮਝ ਨਹੀਂ ਆਈ ਵੀ ਪਰਮਾਤਮਾ ਕਿਹੋ ਜਿਹਾ ਹੈ, ਉਹਦਾ ਆਕਾਰ ਕਿਹੋ ਜਿਹਾ ਹੈ, ਉਹਦਾ ਪਹਿਰਾਵਾ ਕਿਹੋ ਜਿਹਾ ਹੈ। ਸਤਿਗੁਰੂ ਜੀ ਕਹਿੰਦੇ ਸਾਰੇ ਸਿਆਣੇ ਵਿਦਵਾਨ ਮਨੁੱਖ ਵੀ ਥੱਕ ਗਏ। ਅਗਲੀ ਤੁਕ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਹਰਿ ਕੀ ਗਤਿ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਅਰ ਬਹੁ ਲੋਗ ਸਿਆਣੇ। ਕਹਿੰਦੇ ਉਸ ਪਰਮਾਤਮਾ ਦੀ ਗਤ ਨੂੰ, ਪਰਮਾਤਮਾ ਦੇ ਸੁਭਾਅ ਨੂੰ, ਪਰਮਾਤਮਾ ਦੇ ਆਕਾਰ ਨੂੰ ਕੋਈ ਵੀ ਸਮਝ ਨਹੀਂ ਸਕਿਆ। ਯੋਗੀ ਦਾ ਅਰਥ ਹੈ ਯੋਗ ਧਾਰਨ ਕਰਨ ਵਾਲੇ, ਜਿਹੜੇ ਘਰ-ਬਾਰ ਛੱਡ ਕੇ ਪਹਾੜਾਂ ਤੇ ਚਲੇ ਗਏ, ਯੋਗ ਆਸਣ ਕਰਦੇ ਰਹੇ ਵੀ ਪਰਮਾਤਮਾ ਨੂੰ ਮਿਲ ਪਾਂਗੇ। ਸਤਿਗੁਰੂ ਜੀ ਕਹਿੰਦੇ ਉਹ ਵੀ ਥੱਕ ਗਏ, ਉਹਨਾਂ ਨੂੰ ਵੀ ਪਰਮਾਤਮਾ ਦੀ ਸਮਝ ਨਹੀਂ ਆਈ। ਫਿਰ ਕਹਿੰਦੇ ਜਤੀ ਲੋਕ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਵੱਸ ਦੇ ਵਿੱਚ ਕੀਤਾ ਹੋਇਆ, ਉਹਨਾਂ ਨੂੰ ਯਤੀ ਕਹਿੰਦੇ ਨੇ। ਕਹਿੰਦੇ ਉਹ ਲੋਕ ਵੀ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਸੀ, ਆਪਣੀਆਂ ਇੰਦਰੀਆਂ ਤੇ ਕੰਟਰੋਲ ਕੀਤਾ। ਸਤਿਗੁਰੂ ਜੀ ਕਹਿੰਦੇ ਉਹ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ ਵੀ ਪਰਮਾਤਮਾ ਕਿਹੋ ਜਿਹਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਤਪੀ, ਜਿਹੜੇ ਤਪ ਕਰਨ ਵਾਲੇ ਨੇ, ਆਪਣੇ ਸਰੀਰ ਦੀ ਸਾਧਨਾ ਕਰਦੇ ਨੇ, ਸਰੀਰ ਨੂੰ ਤਪਾਉਂਦੇ ਨੇ, ਸਰੀਰ ਨੂੰ ਕਸ਼ਟ ਦਿੰਦੇ ਨੇ, ਉਹਨਾਂ ਨੂੰ ਤਪੀ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਤਪੀ ਵੀ ਪਚਹਾਰੇ, ਉਹ ਵੀ ਖਪ ਖਪ ਕੇ ਥੱਕ ਗਏ, ਪਰ ਪਰਮਾਤਮਾ ਦੀ ਸਮਝ ਉਹਨਾਂ ਨੂੰ ਵੀ ਨਹੀਂ ਆਈ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਬੜੇ ਵਿਦਵਾਨ, ਜਿਹੜੇ ਆਪਣੇ ਆਪ ਨੂੰ ਸੂਝਵਾਨ, ਗੁਣੀਵਾਨ, ਆਪਣੇ ਆਪ ਨੂੰ ਸਿਆਣੇ ਸਮਝਦੇ, ਸਤਿਗੁਰੂ ਜੀ ਬਚਨ ਕਰਦੇ ਨੇ, ਔਰ ਬਹੁ ਲੋਕ ਸਿਆਣੇ। ਇੱਥੇ ਸ਼ਬਦ ਨੰਨੇ ਨਾਲ ਹੈ ਸਿਆਣੇ, ਵੀ ਜਿਹੜੇ ਆਪਣੇ ਆਪ ਨੂੰ ਸੂਝਵਾਨ, ਵਿਦਵਾਨ, ਪੜ੍ਹੇ ਲਿਖੇ, ਸਤਿਗੁਰੂ ਜੀ ਕਹਿੰਦੇ ਉਹ ਵੀ ਥੱਕ ਗਏ, ਉਹਨਾਂ ਨੂੰ ਵੀ ਪਰਮਾਤਮਾ ਦੀ ਸਮਝ ਨਹੀਂ ਆਈ। ਆਪੋ ਆਪਣੀਆਂ ਕਿਤਾਬਾਂ ਪੜ੍ਹ ਕੇ, ਆਪੋ ਆਪਣੇ ਜਿਹੜੇ ਮੰਤਰ ਪੜ੍ਹ ਕੇ, ਸਤਿਗੁਰੂ ਜੀ ਕਹਿੰਦੇ ਉਹ ਵੀ ਸਿਆਣੇ ਲੋਕ ਵੀ ਥੱਕ ਗਏ, ਵਿਦਵਾਨ ਵੀ ਥੱਕ ਗਏ, ਪਰ ਪਰਮਾਤਮਾ ਦੀ ਸਮਝ ਕਿਸੇ ਨੂੰ ਨਹੀਂ ਆਈ। ਹੁਣ ਸਤਿਗੁਰਾਂ ਦੇ ਆਪਾਂ ਨੇ ਸਮੇਂ ਦੇ ਅਨੁਸਾਰ ਵੀ ਗੁਰਬਾਣੀ ਦੇ ਵਿੱਚੋਂ ਪ੍ਰਮਾਣ, ਪਰਮਾਤਮਾ ਦੀ ਸਮਝ ਕਿਉਂ ਨਹੀਂ, ਪਰਮਾਤਮਾ ਹੈ ਕਿਹੋ ਜਿਹਾ ਹੈ। ਪਰ ਸਤਿਗੁਰ ਅੱਗੇ ਉਦਾਹਰਨਾਂ ਦਿੰਦੇ ਨੇ, ਇਸੇ ਸ਼ਬਦ ਦੇ ਵਿੱਚ ਪਰਮਾਤਮਾ ਦੇ ਗੁਣ ਦੱਸਦੇ ਨੇ ਵੀ ਪਰਮਾਤਮਾ ਕੀ ਕਰ ਰਿਹਾ ਹੈ, ਕੀ ਕਰਨ ਵਾਲਾ ਹੈ। ਹੁਣ ਸਤਿਗੁਰਾਂ ਦਾ ਬਚਨ ਆਪਾਂ ਪੜ੍ਹਦੇ ਹਾਂ। ਕਿਉਂ ਸਤਿਗੁਰਾਂ ਦੀ ਬਾਣੀ ਦੇ ਵਿੱਚ ਆਰੰਭ ਦੇ ਵਿੱਚ ਹੀ ਸਤਿਗੁਰਾਂ ਦਾ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ। ਸਤਿਗੁਰੂ ਜੀ ਕਹਿੰਦੇ ਚਾਹੇ ਮੇਰੀ ਕਰੋੜਾਂ ਸਾਲ ਉਮਰ ਵੀ ਹੋ ਜਾਵੇ, ਸਤਿਗੁਰੂ ਜੀ ਕਹਿੰਦੇ ਮੈਂ ਇਹਨੂੰ ਪੀਣ ਵਾਸਤੇ, ਨਾ ਖਾਣ ਵਾਸਤੇ ਭੋਜਨ ਮਿਲੇ,
ਮੈਂ ਹਵਾ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਕਰ ਲਵਾਂ। ਚਾਹੇ ਮੈਨੂੰ ਬੰਦ ਕੋਠੜੀ ਦੇ ਵਿੱਚ ਰੱਖ ਦਿੱਤਾ ਜਾਵੇ, ਕਹਿੰਦੇ ਸੂਰਜ ਤੇ ਚੰਦ ਕਦੇ ਨਜ਼ਰ ਹੀ ਨਾ ਆਉਣ, ਤਾਂ ਵੀ ਮੈਂ ਪਰਮਾਤਮਾ ਦੀ ਕੀਮਤ ਨੂੰ ਪਾ ਨਹੀਂ ਸਕਦਾ, ਪਰਮਾਤਮਾ ਬਾਰੇ ਜਾਣ ਨਹੀਂ ਸਕਦਾ। ਤੇ ਸਤਿਗੁਰਾਂ ਦਾ ਬਚਨ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਕੋਟਿ ਕੋਟ ਕੋਟ ਕੋਟੀ ਮੇਰੀ ਆਰਜਾ, ਪਾਵਨ ਪਿਆਣ ਅਪਿਆਓ। ਕਹਿੰਦੇ ਚਾਹੇ ਕਰੋੜਾਂ ਸਾਲ ਮੇਰੀ ਆਰਜੂ ਹੋ ਜਾਵੇ, ਪਾਵਨ ਪਿਆਣ ਅਪਿਆਓ। ਮੈਂ ਕਹਿੰਦੇ ਹਵਾ ਦੇ ਵਿੱਚੋਂ ਹੀ ਭੋਜਨ ਲੈਂਦਾ ਰਹਾਂ। ਹਵਾ ਦੇ ਵਿੱਚ ਵੀ ਭੋਜਨ ਦੇ ਤੱਤ ਨੇ। ਕਈ ਇਹੋ ਜਿਹੇ ਜੀਵ ਜੰਤੂ ਬਣਾਏ ਨੇ ਪਰਮਾਤਮਾ ਨੇ, ਜਿਹੜੇ ਹਵਾ ਦੇ ਵਿੱਚੋਂ ਹੀ ਭੋਜਨ ਲੈਂਦੇ ਨੇ, ਹਵਾ ਦੇ ਵਿੱਚੋਂ ਹੀ ਖੁਰਾਕ ਲੈਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਕੋਟ ਕੋਟੀ ਮੇਰੀ ਆਰਜਾ, ਪਵਨ ਪਿਆਨ ਅਪਿਆਓ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਪਾਉ। ਕਹਿੰਦੇ ਮੈਨੂੰ ਸੁਪਨੇ ਦੇ ਵਿੱਚ ਵੀ ਕਦੇ ਨੀਂਦ ਨਾ ਆਵੇ, ਮੈਂ ਪਰਮਾਤਮਾ ਦੀ ਬੰਦਗੀ ਕਰਦਾ ਰਹਾ। ਦੇਖੋ ਮੇਰੀ ਕਰੋੜਾਂ ਸਾਲ ਉਮਰ ਹੋ ਜਾਵੇ, ਚੰਦ ਤੇ ਸੂਰਜ ਮੈਂ ਦੇਖਾ ਨਾ, ਇੱਕ ਕਮਰੇ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਬੰਦਗੀ ਕਰਦੀ ਰਹਾ, ਵੀ ਸੁਪਨੇ ਦੇ ਵਿੱਚ ਵੀ ਕਦੇ ਸੌਵਾਂ ਨਾ। ਵੀ ਤੇਰੀ ਕੀਮਤ ਨਾ ਪਵੈ, ਹੋਂ ਕੇਵਡ ਆਖਾਂ ਨਾਉ। ਕਹਿੰਦੇ ਮੈਂ ਤੇਰੀ ਕੀਮਤ ਨੂੰ ਫੇਰ ਵੀ ਦੱਸ ਨਹੀਂ ਸਕਦਾ। ਆਪਾਂ ਵਿਚਾਰ ਕਰਿਆ, ਹਰ ਕੀ ਗਤ ਨਹੀਂ ਕੋ ਜਾਣਾ। ਉਸ ਪਰਮਾਤਮਾ ਦੀ ਗਤ ਨੂੰ ਕਿਹਨੇ ਪਾ ਲਿਆ। ਜਪਜੀ ਸਾਹਿਬ ਦੇ ਵਿੱਚ ਬਚਨ ਹੈ ਵੀ ਜਿਹੜਾ ਕਹਿੰਦਾ ਵੀ ਮੈਂ ਪਰਮਾਤਮਾ ਨੂੰ ਪਾ ਲਿਆ, ਕਹਿੰਦੇ ਉਹਦਾ ਸਭ ਤੋਂ ਪਹਿਲਾਂ ਮੂਰਖਾਂ ਦੀ ਜਦੋਂ ਲਿਸਟ ਬਣਦੀ ਆ, ਉਹਦਾ ਨਾਂ ਪਹਿਲੇ ਨੰਬਰ ਤੇ ਲਿਖ ਦਿਓ। ਮੂਰਖਾਂ ਦੀ ਜਦੋਂ ਲਿਸਟ ਬਣਦੀ ਆ, ਸਤਿਗੁਰੂ ਜੀ ਕਹਿੰਦੇ ਉਹਦਾ ਨਾਮ ਪਹਿਲੇ ਨੰਬਰ ਤੇ ਲਿਖ ਦਿਓ, ਜਿਹੜਾ ਕਹਿੰਦਾ ਵੀ ਮੈਂ ਉਸ ਪਰਮਾਤਮਾ ਪ੍ਰਭੂ ਨੂੰ ਸਮਝ ਲਿਆ। ਕਿਉਂ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਚਨ ਕਰਦੇ ਨੇ ਵੀ ਇੱਥੇ ਯਤੀ ਤਪੀ ਜੋਗੀ ਸਿਆਣੇ ਵਿਦਵਾਨ ਸੂਝਵਾਨ, ਕਹਿੰਦੇ ਉਹ ਵੀ ਹਾਰ ਗਏ, ਉਹਨਾਂ ਨੂੰ ਵੀ ਪਰਮਾਤਮਾ ਦੀ ਸਮਝ ਨਹੀਂ ਆਈ। ਕਿਉਂ ਉੱਥੇ ਗਵਾਰਾ ਗਵਾਰ ਸ਼ਬਦ ਵਰਤਿਆ ਵੀ ਉਹ ਮੂਰਖਾਂ ਦਾ ਮੂਰਖ ਹੈ ਜਿਹੜਾ ਕਹਿੰਦਾ ਵੀ ਮੈਨੂੰ ਪਰਮਾਤਮਾ ਦੀ ਸਮਝ ਪੈ ਗਈ। ਅੱਗੇ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਵੀ ਤੇਰੀ ਕੀਮਤ ਨਾ ਪਵੇ, ਹੋਂ ਕੇਵਡ ਆਖਾਂ ਨਾਉ। ਮੈਂ ਕੀ ਕਹਿ ਸਕਦਾ, ਮੈਂ ਤੇਰੀ ਕੀਮਤ ਨੂੰ ਕੀ ਜਾਣਾ, ਵੀ ਤੂੰ ਕਿੱਡਾ ਕੁ ਵੱਡਾ ਹੈ, ਤੇਰਾ ਕੀ ਅੰਦਾਜ਼ਾ ਲਾਇਆ ਜਾ ਸਕਦਾ। ਕਿਉਂ ਚਾਰ ਸਤਿਗੁਰਾਂ ਦੇ ਇਹ ਪਦੇ ਨੇ ਤੇ ਮੈਂ 2 ਪਦੇ ਲਏ ਨੇ। ਸਤਿਗੁਰੂ ਜੀ ਫਿਰ ਅੱਗੇ ਬਚਨ ਕਰਦੇ ਨੇ ਅਖੀਰਲੇ ਪਦੇ ਦੇ ਵਿੱਚ, ਕਹਿੰਦੇ ਭਾਵੇਂ ਲੱਖਾਂ ਮਣ ਕੋਈ ਕਿਤਾਬਾਂ ਗਿਆਨ ਦੀਆਂ ਪੜ੍ਹ ਲਵੇ, ਧਾਰਮਿਕ ਗ੍ਰੰਥ ਪੜ੍ਹ ਲਵੇ, ਤੇ ਉਹ ਗ੍ਰੰਥ ਇੱਕ ਹਵਾ ਦੀ ਤਰ੍ਹਾਂ ਕਲਮ ਦੇ ਨਾਲ ਲਿਖੇ ਜਾਣ। ਹਵਾ ਨੂੰ ਕਹਿੰਦੇ ਕਲਮ ਬਣਾਇਆ ਜਾਵੇ, ਕਿੰਨੀ ਤੇਜ਼ ਲਿਖੂਗੀ। ਸਮੁੰਦਰਾਂ ਨੂੰ ਸਿਆਹੀ ਬਣਾਇਆ ਜਾਵੇ, ਕਿਤੇ ਕਹਿੰਦੇ ਧੋਟ ਨਾ ਆਵੇ। ਹਰ ਜਸ ਕਾਗਜ਼ਾਂ ਉੱਪਰ ਲਿਖਿਆ ਜਾਵੇ, ਲੱਖਾਂ ਮਣ ਕਾਗਜ਼ ਹੋਣ, ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ। ਕਿਉਂ ਸਤਿਗੁਰੂ ਜੀ ਕਹਿੰਦੇ ਹਰ ਕੀ ਗਤ ਨਹੀਂ ਕੋ ਜਾਣੈ। ਕੋਈ ਅਸੀਂ ਪਰਮਾਤਮਾ ਦੀ ਗਤ ਨੂੰ ਜਾਣ ਨਹੀਂ ਸਕਦਾ ਵੀ ਉਹ ਕਿੱਡਾ ਕੁ ਵੱਡਾ ਹੈ, ਕਿਹੋ ਜਿਹਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਾਨਕ ਕਾਗਦ ਲੱਖ ਮਣ ਹੈ, ਪੜ ਪੜ ਕੀਚੈ ਭਾਉ। ਕਹਿੰਦੇ ਪੜ ਪੜ ਕੇ ਬੰਦਾ ਵਿਚਾਰਦਾ ਰਹੇ। ਲੱਖਾਂ ਮਣ ਦੇਖੋ ਕਿੰਨਾ ਹੋ ਜਾਂਦੇ ਨੇ, ਇੱਕ ਮਣ ਦੇ ਵਿੱਚ ਸ਼ਾਇਦ 40 ਕਿਲੋ ਹੁੰਦਾ, ਵੀ ਲੱਖਾਂ ਮਣ। ਸਤਿਗੁਰੂ ਜੀ ਕਹਿੰਦੇ ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਚੈ ਭਾਉ। ਮਸੂ ਤੋਟ ਨਾ ਆਵਈ। ਮਸੂ ਦਾ ਅਰਥ ਹੈ ਸਿਆਹੀ, ਕਹਿੰਦੇ ਉਹਦੀ ਵੀ ਕੋਈ ਤੋਟਾ ਨਾ ਰਹੇ। ਮਸੂ ਤੋਟ ਨਾ ਆਵੀ, ਲੇਖਣ ਪਾਉਣ ਚਲੋ। ਜਿਹੜੀ ਹਵਾ ਹੈ ਕਹਿੰਦੇ ਉਹ ਪਾਉਣ ਕਲਮ ਬਣਾ ਲਈਏ, ਉਹਨੂੰ ਹਵਾ ਦੀ ਤਰ੍ਹਾਂ ਚੱਲਦੀ ਰਹੇ। ਲੇਖਣ ਪਾਉਣ ਚਲਾਓ, ਵੀ ਤੇਰੀ ਕੀਮਤ ਨਾ ਪਵੇ, ਹੋਂ ਕੇਵਡ ਆਖਾਂ ਨਾਉ। ਕਹਿੰਦੇ ਤਾਂ ਵੀ ਤੇਰੀ ਕੀਮਤ ਨੂੰ ਪਾਇਆ ਨਹੀਂ ਜਾ ਸਕਦਾ, ਉਹਨੂੰ ਸਮਝਿਆ ਨਹੀਂ ਜਾ ਸਕਦਾ ਵੀ ਪਰਮਾਤਮਾ ਕਿੱਡਾ ਵੱਡਾ ਹੈ। ਜਦੋਂ ਸਤਿਗੁਰੂ ਬਗਦਾਦ ਜਾਂਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਨਾਲ ਹੈ। ਫਿਰ ਬਾਬਾ ਗਿਆ ਬਗਦਾਦ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ।
ਜਦੋਂ ਬਗਦਾਦ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ, ਕਹਿੰਦੇ ਬਾਹਰ ਜਦੋਂ ਜਾਂਦੇ ਨੇ, ਉਹ ਬਗਦਾਦ ਦੇ ਲੋਕ ਇਸਲਾਮੀ ਲੋਕ ਨੇ, ਉਹਨਾਂ ਨੇ ਸੋਚਿਆ ਵੀ ਇਹ ਹਿੰਦੀ ਪੀਰ ਕਹਿੰਦੇ ਸੀ ਗੁਰੂ ਨਾਨਕ ਪਾਤਸ਼ਾਹ ਨੂੰ। ਅੱਜ ਵੀ ਕਹਿੰਦੇ ਉੱਥੇ ਗੁਰਦੁਆਰਾ ਬਗਦਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਣਿਆ ਹੋਇਆ ਹੈ। ਕਹਿੰਦੇ ਹਿੰਦੀ ਪੀਰ ਕਹਿੰਦੇ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ, ਉੱਥੇ ਦਾ ਜਿਹੜਾ ਪੀਰ ਸੀ ਦਸਤਗੀਰ, ਕਹਿੰਦੇ ਉਹ ਧਾਰਮਿਕ ਖਿਆਲਾਂ ਦਾ ਸੀ, 5 ਵਕਤ ਦਾ ਨਿਵਾਜੀ ਸੀ, ਨਿਵਾਜ ਦਾ ਗਿਆਨ ਸੀ। ਦੂਸਰਾ, ਉਹ ਰਾਜਨੀਤਿਕ ਵੀ ਫੈਸਲੇ ਕਰਦਾ ਸੀ। ਜਦੋਂ ਆਵਾਜ਼ ਪਈ ਬਗਦਾਦ ਦੇ ਵਿੱਚ ਜਾ ਕੇ ਕੰਨਾਂ ਦੇ ਵਿੱਚ, ਬਾਬੇ ਜਦੋਂ ਨਿਵਾਜ ਗੁਜ਼ਾਰ ਦਿੱਤੀ ਵਾਂਗ, ਕਹਿੰਦੇ ਜਦੋਂ ਵਾਂਗ ਦਿੱਤੀ ਸਤਿਗੁਰ ਨੇ ਪਈ ਵੀ ਸੁਣਿਆ, ਇਹ ਕੌਣ ਫਕੀਰ ਆ ਗਿਆ, ਇਹ ਕੌਣ ਆ ਗਿਆ? ਕਹਿੰਦੇ ਦਸਤਗੀਰ ਲੋਕਾਂ ਨੂੰ ਪੁੱਛਦਾ, ਕਹਿੰਦੇ ਵੀ ਇਹ ਇੱਕ ਫਕੀਰ ਹੈ, ਨਾਲ ਉਹਦੇ ਇੱਕ ਕੋਈ ਚੇਲਾ ਉਹਦਾ। ਤੇ ਜਦੋਂ ਦੱਸਿਆ, ਹੁਣ ਫਕੀਰ ਕਹਿੰਦੇ ਉਸ ਜਿਹੜੀ ਬਗਦਾਦ ਦੀ ਸਜ਼ਾ ਸੀ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਪੱਥਰ ਵੀ ਮਾਰੇ ਗਏ, ਪਰ ਗੁਰੂ ਨਾਨਕ ਪਾਤਸ਼ਾਹ ਜੀ ਡੋਲੇ ਨਹੀਂ। ਹੁਣ ਦਸਤਗੀਰ ਨੇ ਕਹਿੰਦੇ ਆਪਣੇ ਕੋਲ ਬੁਲਾ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਕਹਿਣ ਲੱਗੇ, ਹਿੰਦੀ ਪੀਰ, ਤੁਸੀਂ ਹਿੰਦੁਸਤਾਨ ਦੀ ਧਰਤੀ ਤੋਂ ਆਏ ਹੋ, ਪਰਮਾਤਮਾ ਦੇ ਗੁਣ ਗਾਉਂਦੇ ਹੋ, ਪਰ ਜੇ ਸੱਚਮੁੱਚ ਤੁਸੀਂ ਪੀਰ ਹੋ, ਮੇਰੇ 3 ਸਵਾਲਾਂ ਦਾ ਜਵਾਬ ਦੇ ਦਿਓ। ਮੇਰੇ ਮਨ ਦੇ ਵਿੱਚ, ਮੇਰੇ ਦਿਮਾਗ ਦੇ ਵਿੱਚ ਉਹ ਡੋਲ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਡੋਲੇ ਨਹੀਂ। ਦੇਖੋ ਹੁਣ ਬਗਦਾਦ ਦੀ ਧਰਤੀ ਤੇ ਜਾਣਾ, ਜਿੱਥੇ ਕੋਈ ਜਾ ਨਹੀਂ ਸਕਦਾ। ਹਿੰਦੁਸਤਾਨ, ਨਾ ਉੱਥੇ ਕੋਈ ਹਿੰਦੂ ਹੈ, ਨਾ ਕੋਈ ਗੁਰੂ ਦਾ ਸਿੱਖ ਹੈ ਜਿਹੜਾ ਨਾਲ ਹੋਵੇ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ। ਫਕੀਰ ਦਸਤਗੀਰ ਨੂੰ ਕਹਿਣ ਲੱਗੇ ਵੀ ਅਸੀਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਹੀ ਘਰ ਛੱਡਿਆ। ਹੁਣ ਫਕੀਰ ਦਸਤਗੀਰ ਕਹਿਣ ਲੱਗਿਆ ਗੁਰੂ ਨਾਨਕ ਪਾਤਸ਼ਾਹ ਨੂੰ, ਆਪ ਉੱਚੇ ਸਿੰਘਾਸਣ ਤੇ ਬੈਠਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਥੱਲੇ ਖੜੇ ਨੇ। ਜਦੋਂ ਸਵਾਲ ਕਰਨ ਲੱਗਿਆ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਘਰ ਇਸ ਵਾਸਤੇ ਛੱਡਿਆ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ। ਦਸਤਗੀਰ ਕਹਿਣ ਲੱਗਿਆ ਵੀ ਮੇਰੇ ਪਹਿਲੇ ਸਵਾਲ ਦਾ ਜਵਾਬ ਇਹ ਹੈ ਵੀ ਪਰਮਾਤਮਾ ਹੈ? ਕਹਿੰਦੇ ਪਰਮਾਤਮਾ ਇੱਕ ਹੈ, ਤੁਸੀਂ ਕਹਿ ਰਹੇ ਹੋ। ਦੂਸਰਾ ਮੇਰਾ ਸਵਾਲ ਹੈ ਬਈ ਜੇ ਹੈ ਤਾਂ ਉਹ ਨਜ਼ਰ ਕਿਉਂ ਨਹੀਂ ਆਉਂਦਾ, ਦਿਖਾਈ ਕਿਉਂ ਨਹੀਂ ਦਿੰਦਾ? ਤੀਸਰਾ ਸਵਾਲ ਹੈ ਮੇਰਾ ਵੀ ਜੇ ਪਰਮਾਤਮਾ ਹੈ, ਉਹ ਕੋਈ ਕੰਮਕਾਰ ਵੀ ਕਰਦਾ ਜਾਂ ਵਿਹਲਾ ਹੈ, ਨਿਕੰਮਾ ਹੈ? ਗੁਰੂ ਨਾਨਕ ਪਾਤਸ਼ਾਹ ਜੀ ਫਕੀਰ ਨੂੰ ਕਹਿਣ ਲੱਗੇ, ਦਸਤਗੀਰ ਨੂੰ, ਵੀ ਸਾਡੀ ਕੋਈ ਮਰਜ਼ਾਦਾ ਹੈ ਸਵਾਲਾਂ ਦੇ ਉੱਤਰ ਦੇਣ ਵਾਸਤੇ। ਤੂੰ ਇਸ ਤਰ੍ਹਾਂ ਕਰ, ਇੱਕ ਥਾਲੀ ਮੋਤੀਆਂ ਦੀ ਮੰਗਾ ਲੈ, ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਜੂ। ਕਹਿੰਦੇ ਹੁਣ ਦਸਤਗੀਰ ਨੇ ਆਪਣੇ ਚੇਲਿਆਂ ਨੂੰ ਭੇਜਿਆ। ਥਾਲੀ ਮੋਤੀਆਂ ਦੀ ਲੈ ਕੇ ਜਦੋਂ ਆਏ, ਅੱਗੇ ਕੀਤੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਆਪ ਹੀ ਗਿਣਤੀ ਕਰ, ਇਹਨਾਂ ਮੋਤੀਆਂ ਦੀ ਤੂੰ ਆਪ ਹੀ ਗਿਣਤੀ ਕਰ। ਕਹਿੰਦੇ ਜਦੋਂ ਫਕੀਰ ਦਸਤਗੀਰ ਮੋਤੀ ਗਿਣਨ ਲੱਗਿਆ, 1 2 3 4, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਰੁਕ ਜਾ, ਤੂੰ ਗਿਣਤੀ ਗਲਤ ਕਰ ਰਿਹਾ ਹੈ। ਹੁਣ ਦਸਤਗੀਰ ਕਹਿਣ ਲੱਗਿਆ, ਫਕੀਰ ਨਹੀਂ, ਮੈਂ ਗਿਣਤੀ ਸਹੀ ਕਰ ਰਿਹਾ। ਕਹਿੰਦੇ ਫੇਰ ਕਰ। ਜਦੋਂ ਫੇਰ 1 2 3 ਕਹਿਣ ਲੱਗਿਆ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਰੁਕ ਜਾ, ਗਿਣਤੀ ਤੂੰ ਗਲਤ ਕਰਨ ਲੱਗਿਆ। ਹੁਣ ਦਸਤਗੀਰ ਫਕੀਰ ਕਹਿਣ ਲੱਗਿਆ ਵੀ ਤੁਸੀਂ ਇਸ ਤਰ੍ਹਾਂ ਕਰਿਓ, ਜਿੱਥੇ ਮੈਂ ਗਿਣਤੀ ਗਲਤ ਕਰਦਾ ਉੱਥੇ ਮੇਰੀ ਬਾਂਹ ਫੜ ਲਿਓ। ਕਹਿੰਦੇ ਜਦੋਂ ਦੁਬਾਰਾ ਫਕੀਰ ਦਸਤਗੀਰ ਗਿਣਤੀ ਕਰਨ ਲੱਗਿਆ ਮੋਤੀਆਂ ਦੀ, ਜਦੋਂ 1 ਕਿਹਾ, ਕਹਿੰਦੇ ਉੱਥੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਬਾਂਹ ਫੜ ਲਈ ਵੀ 1 ਤੋਂ ਅੱਗੇ ਕੀ ਆ ਇਹ ਦੇਖ। ਕਹਿੰਦੇ ਇੱਕ ਪਰਮਾਤਮਾ ਇੱਕ ਹੈ, 1 ਤੋਂ ਬਿਨਾਂ ਕਹਿੰਦੇ ਤੂੰ ਜੇ ਗਿਣਤੀ ਵੀ ਕਰਾਂਗਾ, 1 ਤੋਂ 1000 ਬਣਦਾ, 1 ਤੋਂ ਲੱਖ ਬਣਦਾ,
ਇੱਕ ਤੋਂ ਕਰੋੜ ਬਣਦਾ, ਇੱਕ ਤੋਂ ਹੀ ਅਰਬਾਂ ਬਣਦੇ ਨੇ, ਇੱਕ ਤੋਂ ਬਿਨਾਂ ਕਿਸੇ ਦੀ ਕੀਮਤ ਨਹੀਂ ਹੈ। ਪਹਿਲੇ ਸਵਾਲ ਦਾ ਜਵਾਬ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਉਹ ਪਰਮਾਤਮਾ ਇੱਕ ਹੈ, ਬਾਕੀ ਸਾਰੀ ਉਹਦੀ ਸਾਜੀ ਹੋਈ ਉਹ ਸ੍ਰਿਸ਼ਟੀ ਹੈ, ਉਹ ਤੋਂ ਬਿਨਾਂ ਸਾਰਾ ਸੰਸਾਰ ਅਧੂਰਾ, ਉਹਦਾ ਬਣਾਇਆ ਹੋਇਆ ਹੈ। ਵੀ ਪਰਮਾਤਮਾ ਇੱਕ ਹੈ, ਤੂੰ ਭਰੋਸਾ ਕਰ, ਉਹਦੇ ਇੱਕ ਤੋਂ ਬਿਨਾਂ ਕਿਸੇ ਦੀ ਕੀਮਤ ਨਹੀਂ, ਭਾਵੇਂ ਲੱਖਾਂ ਜੀਰੋਆਂ ਲਾ ਦਈਏ, ਪਰ ਜਦੋਂ ਏਕਾ ਨਾਲ ਲੱਗ ਗਿਆ ਤੇ ਉਹ ਜੀਰੋਆਂ ਦੀ ਕੀਮਤ ਪੈ ਜਾਂਦੀ ਹੈ। ਹੁਣ 2 ਜੀਰੋਆਂ ਲਾ ਦਈਏ, 3 ਲਾ ਦਈਏ, ਉਹਦਾ ਕੋਈ ਅਰਥ ਭਾਵ ਨਹੀਂ, ਉਹ ਜੀਰੋਆਂ ਦੀਆਂ ਜੀਰੋਆਂ ਨੇ। ਜੇ ਅੱਗੇ ਏਕਾ ਲਾਤਾ 2 ਜੀਰੋਆਂ ਨੇ ਤਾਂ 100 ਬਣ ਜੂ, ਜੇ 3 ਜੀਰੋਆਂ ਨੇ ਤਾਂ 1000 ਬਣ ਜੂ। ਗੁਰੂ ਜੀ ਕਹਿੰਦੇ ਪਰਮਾਤਮਾ ਇੱਕ ਹੈ। ਕਹਿੰਦੇ ਫਕੀਰ ਨੂੰ ਥੋੜੀ ਜਿਹੀ ਸਮਝ ਪੈ ਗਈ, ਦਸਤਗੀਰ ਨੂੰ। ਕਹਿਣ ਲੱਗਿਆ ਚਲੋ ਵੀ ਮੈਂ ਮੰਨ ਲੈਣਾ, ਮੈਨੂੰ ਸੰਤੁਸ਼ਟੀ ਨਹੀਂ, ਮੈਨੂੰ ਦੂਸਰੇ ਸਵਾਲ ਦਾ ਜਵਾਬ ਦੇਵੋ ਵੀ ਪਰਮਾਤਮਾ ਹੈ ਤਾਂ ਦਿਖਾਈ ਕਿਉਂ ਨਹੀਂ ਦਿੰਦਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੇਰ ਕਿਹਾ ਵੀ ਸਾਡੀ ਮਰਜ਼ਾਦਾ ਹੈ। ਕਹਿਣ ਲੱਗੇ ਇਸ ਤਰ੍ਹਾਂ ਕਰੋ ਵੀ ਇੱਕ ਗੜਬਾ ਦੁੱਧ ਦਾ ਭਰ ਕੇ ਲਿਆਓ। ਹੁਣ ਦਸਤਗੀਰ ਨੇ ਸੋਚਿਆ ਵੀ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹ ਦੁੱਧ ਪੀਣ ਦੇ ਸ਼ੌਕੀਨ ਨੇ, ਚਲੋ ਦੁੱਧ ਲੈ ਕੇ ਆਓ, ਦੁੱਧ ਪੀ ਕੇ ਫਿਰ ਦੂਸਰੇ ਸਵਾਲ ਦਾ ਜਵਾਬ ਦੇ ਦੇਣਗੇ। ਕਹਿੰਦੇ ਜਦੋਂ ਦੁੱਧ ਦਾ ਗੜਬਾ ਭਰ ਕੇ ਲੈ ਕੇ ਆਂਦਾ, ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇਖ ਰਹੇ ਨੇ ਗੜਬੇ ਵੱਲ, ਦੁੱਧ ਵੱਲ। ਕਹਿੰਦੇ ਫਕੀਰ ਕਹਿਣ ਲੱਗਿਆ ਵੀ ਪਾਤਸ਼ਾਹ ਇਹ ਪਵਿੱਤਰ ਹੈ, ਸੁੱਚਾ ਹੈ, ਇਹਦੇ ਵਿੱਚ ਕੁਛ ਨਹੀਂ, ਤੁਸੀਂ ਛਕ ਲਵੋ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਵੀ ਮੈਂ ਸਕਣ ਵਾਸਤੇ ਨਹੀਂ, ਪੀਣ ਵਾਸਤੇ ਨਹੀਂ ਮੰਗਾਇਆ, ਮੈਂ ਤੇਰੇ ਦੂਸਰੇ ਸਵਾਲ ਦਾ ਉੱਤਰ ਦੇਣ ਵਾਸਤੇ ਮੰਗਾਇਆ। ਕਹਿੰਦੇ ਹੁਣ ਫਕੀਰ ਨੂੰ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਸਤਗੀਰ ਨੂੰ ਵੀ ਤੂੰ ਇਹ ਦੁੱਧ ਵੱਲ ਦੇਖ, ਇਸ ਦੁੱਧ ਦੇ ਵਿੱਚ ਮੱਖਣ ਹੈ। ਫਕੀਰ ਕਹਿਣ ਲੱਗਿਆ ਵੀ ਨਹੀਂ, ਮੱਖਣ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਸ ਦੁੱਧ ਦੇ ਵਿੱਚ ਮੱਖਣ ਹੈ, ਪਰ ਤੈਨੂੰ ਨਜ਼ਰ ਨਹੀਂ ਆਉਂਦਾ। ਫਕੀਰ ਨੂੰ ਸਮਝ ਪੈ ਗਈ, ਦਸਤਗੀਰ ਨੂੰ, ਕਿਉਂ ਉਹ ਵੀ ਪਹੁੰਚਿਆ ਹੋਇਆ ਬੜਾ ਫਕੀਰ ਸੀ। ਕਹਿੰਦੇ ਜਦੋਂ ਸਮਝ ਪੈ ਗਈ, ਕਹਿਣ ਲੱਗੇ ਵੀ ਇਹਦੇ ਵਿੱਚ ਮੱਖਣ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰਬਾਣੀ ਦੇ ਵਿੱਚ ਉਦਾਹਰਨਾਂ ਨੇ ਵੀ ਦਰਖਤਾਂ ਦੇ ਵਿੱਚ, ਲੱਕੜ ਦੇ ਵਿੱਚ ਸਤਿਗੁਰ ਕਹਿੰਦੇ ਅੱਗ ਟਿਕਾਤੀ ਉਸ ਪਰਮਾਤਮਾ ਨੇ, ਦੁੱਧ ਦੇ ਵਿੱਚ ਮੱਖਣ ਟਿਕਾਇਆ ਹੋਇਆ, ਪਰ ਸਤਿਗੁਰ ਜੀ ਕਹਿੰਦੇ ਚੰਗਿਆੜੀ ਲਾਉਣੀ ਪਊ। ਹੁਣ ਦਸਤਗੀਰ ਨੂੰ ਦੂਸਰੇ ਸਵਾਲ ਦਾ ਜਵਾਬ ਦਿੰਦੇ ਨੇ ਵੀ ਮੱਖਣ ਇਹਦੇ ਵਿੱਚ ਹੈ, ਤੈਨੂੰ ਨਜ਼ਰ ਨਹੀਂ ਆਉਂਦਾ, ਇਹਨੂੰ ਗਰਮ ਕਰਕੇ ਜਦੋਂ ਇਹਨੂੰ ਜਾਗ ਲਾਇਆ ਜਾਊ, ਕੁਛ ਟਾਈਮ ਟਿਕਾ ਕੇ ਰੱਖੇ ਜਾਊ, ਕੁਛ ਟਾਈਮ, ਉਸ ਤੋਂ ਬਾਅਦ ਇਹਨੂੰ ਰਿੜਕਿਆ ਜਾਊ ਤੇ ਇਹਦੇ ਵਿੱਚੋਂ ਮੱਖਣ ਜਿਹੜਾ ਦੁੱਧ ਦਾ ਤੱਤ ਹੈ ਉਹ ਨਿਕਲੂ। ਫਕੀਰ ਦਸਤਗੀਰ ਨੂੰ ਸਮਝ ਪੈ ਗਈ। ਕਹਿਣ ਲੱਗੇ ਪਰਮਾਤਮਾ ਤੇਰੇ ਅੰਦਰ ਵਸਦਾ, ਪਰ ਜੇ ਉੱਪਰੋਂ ਰਸਨਾ ਦੇ ਨਾਲ, ਜੀਭ ਦੇ ਨਾਲ ਉਹ ਰਾਮ ਰਾਮ ਸਤਿਗੁਰੂ ਵਾਹਿਗੁਰੂ ਅੱਲਾ ਤੂੰ ਜਪੇਂਗਾ, ਕਹਿੰਦੇ ਪਰਮਾਤਮਾ ਤੇਰੇ ਆਪਣੇ ਅੰਦਰੋਂ ਆਪਣੇ ਆਪ ਹੀ ਪ੍ਰਗਟ ਹੋ ਜਾਊ। ਤੇ ਦੂਸਰੇ ਸਵਾਲ ਦਾ ਜਦੋਂ ਜਵਾਬ ਦਿੱਤਾ ਫਿਰ ਸੰਤੁਸ਼ਟ ਹੋ ਗਿਆ ਫਕੀਰ ਦਸਤਗੀਰ। ਕਹਿਣ ਲੱਗਾ ਵੀ ਮੈਂ ਮੰਨ ਲੈਣਾ ਤੇ ਮੇਰੇ ਤੀਸਰੇ ਸਵਾਲ ਦਾ ਜਵਾਬ ਦੇ ਦਿਓ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਤੀਸਰੇ ਸਵਾਲ ਦਾ ਜਵਾਬ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਥੱਲੇ ਖੜੇ ਨੇ, ਉਹ ਫਕੀਰ ਦਸਤਗੀਰ ਆਪਣੇ ਤਖਤ ਦੇ ਉੱਪਰ ਬੈਠਾ ਉੱਚੀ ਜਗ੍ਹਾ ਤੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਨੂੰ ਦੱਸਿਆ ਸੀ ਵੀ ਸਾਡੀ ਮਰਿਆਦਾ ਹੁੰਦੀ ਹੈ ਸਵਾਲ ਦਾ ਜਵਾਬ ਦੇਣ ਦੀ, ਤੁਸੀਂ ਇੱਕ ਕੰਮ ਕਰੋ। ਜੇ ਅਸੀਂ ਕਹੀਏ, ਕਹਿਣ ਲੱਗਿਆ ਦਸਤਗੀਰ ਫਕੀਰ ਵੀ ਜੋ ਤੁਸੀਂ ਕਹੋਗੇ ਮੈਂ ਕਰੂੰਗਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਸੀਂ ਤਖਤ ਤੋਂ ਥੱਲੇ ਆ ਜਾਓ, ਜਿੱਥੇ ਮੈਂ ਖੜਾ ਤੁਸੀਂ ਉੱਥੇ ਖੜ ਜਾਓ, ਮੈਂ ਤਖਤ ਤੇ ਬੈਠ ਜਾਣਾ, ਤੁਹਾਡੇ ਸਿੰਘਾਸਣ ਤੇ ਬੈਠ ਜਾਣਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਉੱਚੀ ਜਗ੍ਹਾ ਸਿੰਘਾਸਣ ਤੇ ਬੈਠ ਗਏ। ਫਕੀਰ ਦਸਤਗੀਰ ਥੱਲੇ ਖੜਾ ਹੋ ਗਿਆ ਤੇ ਪੁੱਛਦਾ ਵੀ ਮੇਰੇ ਸਵਾਲ ਦਾ ਜਵਾਬ। ਗੁਰੂ ਨਾਨਕ ਪਾਤਸ਼ਾਹ ਜੀ ਮੁਸਕਰਾਏ, ਕਹਿੰਦੇ ਤੇਰੇ ਤੀਸਰੇ ਸਵਾਲ ਦਾ ਜਵਾਬ ਇਹੀ ਹੈ ਵੀ ਪਰਮਾਤਮਾ ਤੂੰ ਪੁੱਛਿਆ ਕਰਦਾ ਕੀ ਹੈ। ਕਹਿੰਦੇ ਉਹ ਕੀ ਕਰਦਾ, ਜਿਹੜੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਥੱਲੇ ਲਾ ਦਿੰਦਾ, ਜਿਹੜੇ ਥੱਲੇ ਨੇ ਉਹਨਾਂ ਨੂੰ ਤਖਤ ਤੇ ਬਿਠਾ ਦਿੰਦਾ। ਕਹਿੰਦੇ ਅਮੀਰ ਨੂੰ ਗਰੀਬ, ਭਾਵ ਰਾਜੇ ਨੂੰ ਭਿਖਾਰੀ ਬਣਾ ਦਿੰਦਾ,
ਭਿਖਾਰੀ ਨੂੰ ਰਾਜਾ ਬਣਾ ਦਿੰਦਾ। ਪਰਮਾਤਮਾ ਇਹੀ ਕਰਦਾ ਹੈ। ਕਹਿੰਦੇ ਉਸ ਫਕੀਰ ਦਸਤਗੀਰ ਨੇ ਆਪਣਾ ਸਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖ ਦਿੱਤਾ। ਮੇਰੇ ਕਹਿਣ ਤੋਂ ਭਾਵ ਜੋ ਅੱਜ ਸਤਿਗੁਰਾਂ ਦਾ ਆਪਾਂ ਨੇ ਸ਼ਬਦ ਲਿਆ ਹੈ, ਪਹਿਲੀ ਤੁਕ ਦੇ ਵਿੱਚ ਸਤਿਗੁਰ ਜੀ ਬਚਨ ਕਰਦੇ ਨੇ, ਹਰ ਕੀ ਗਤ ਨਹਿ ਕੋ ਜਾਣੈ। ਉਸ ਪਰਮਾਤਮਾ ਦੀ ਗਤੀ ਨੂੰ ਕੋਈ ਨਹੀਂ ਪਾ ਸਕਦਾ। ਭਾਵ ਪਰਮਾਤਮਾ ਦੇ ਚੋਜਾਂ ਨੂੰ, ਪਰਮਾਤਮਾ ਦੇ ਕਰਤੱਵ ਕੌਤਕਾਂ ਨੂੰ ਕੋਈ ਨਹੀਂ ਅਜੇ ਤੱਕ ਸਮਝ ਸਕਿਆ। ਸਤਿਗੁਰਾਂ ਦਾ ਬਚਨ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਉਹਦੀ ਬੇਅੰਤ ਸਿਫਤ ਹੈ, ਕਹਿਣ ਸੁਣਨ ਤੋਂ ਪਰੇ ਹੈ, ਕੋਈ ਉਹਨੂੰ ਬਿਆਨ ਨਹੀਂ ਕਰ ਸਕਦਾ। ਅੰਤ ਨਾ ਕਰਣ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਕਹਿੰਦੇ ਉਹਦੇ ਮਨ, ਪਰਮਾਤਮਾ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਸਲਾਹ ਕਰ ਰਿਹਾ, ਕਹਿੰਦੇ ਉਹ ਕਿਸੇ ਨੂੰ ਸਮਝ ਨਹੀਂ ਆ ਸਕਦੀ। ਕਿਉਂ? ਇੱਥੇ ਜਤੀ ਵੀ ਥੱਕ ਗਏ, ਇੱਥੇ ਤਪੀ ਵੀ ਥੱਕ ਗਏ, ਇੱਥੇ ਸਤਿਗੁਰੂ ਜੀ ਕਹਿੰਦੇ ਜੋਗੀ ਵੀ ਥੱਕ ਗਏ, ਤੇ ਸੂਝਵਾਨ ਵਿਦਵਾਨ ਸੀ ਪੜ੍ਹੇ ਲਿਖੇ ਜਿਹੜੇ, ਕਹਿੰਦੇ ਉਹ ਵੀ ਖੱਪ ਖੱਪ ਕੇ ਥੱਕ ਚੁੱਕੇ ਨੇ। ਪਰ ਪਰਮਾਤਮਾ ਦੇ ਕੌਤਕਾਂ ਦੀ, ਪਰਮਾਤਮਾ ਕਿਹੋ ਜਿਹਾ ਹੈ, ਅਜੇ ਤੱਕ ਕਿਸੇ ਨੇ ਸਮਝ ਨਹੀਂ ਪਾਈ। ਅੱਗੇ ਫਿਰ ਸਤਿਗੁਰਾਂ ਦਾ ਵਚਨ ਹੈ, ਉਹ ਉਦਾਹਰਣਾਂ ਦਿੰਦੇ ਨੇ ਵੀ ਪਰਮਾਤਮਾ ਕਿਹੋ ਜਿਹਾ ਹੈ। ਛਿਨ ਮੈਂ ਰਾਓ ਰੰਕ ਕਰੀ, ਰਾਓ ਰੰਕ ਕਰ ਡਾਰੈ। ਛਿਨ ਦੇ ਵਿੱਚ ਭਾਵ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ, ਰਾਓ ਦਾ ਅਖਰੀ ਅਰਥ ਹੈ ਰਾਜਾ, ਤੇ ਰੰਕ ਦਾ ਅਖਰੀ ਅਰਥ ਕੰਗਾਲ, ਭਿਖਾਰੀ। ਸਤਿਗੁਰੂ ਜੀ ਕਹਿੰਦੇ ਉਹ ਇੱਕ ਛਿਨ ਦੇ ਵਿੱਚ ਰਾਜੇ ਨੂੰ ਕੰਗਾਲ ਕਰ ਦਿੰਦਾ ਤੇ ਕੰਗਾਲ ਤੋਂ ਰਾਜਾ ਬਣਾ ਦਿੰਦਾ। ਕਹਿੰਦੇ ਇਹ ਸਤਿਗੁਰੂ ਜੀ ਕਹਿੰਦੇ ਉਹਦਾ ਗੁਣ ਹੈ। ਦੇਖੋ ਫਿਰ ਦੱਸਦੇ ਨੇ ਵੀ ਪਰਮਾਤਮਾ ਕਿਹੋ ਜਿਹਾ ਹੈ। ਪਹਿਲੀ ਰਹਾਉ ਦੀ ਤੁਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਇੱਥੇ ਜੋਗੀ, ਜਤੀ, ਤਪੀ ਸਾਰੇ ਥੱਕ ਗਏ, ਖੱਪ ਗਏ, ਪਰ ਪਰਮਾਤਮਾ ਦੀ ਸਮਝ ਨਹੀਂ ਪਈ। ਫਿਰ ਅਗਲੀ ਤੁਕਾਂ ਦੇ ਵਿੱਚ ਸਾਨੂੰ ਦੱਸਦੇ ਨੇ ਪਰਮਾਤਮਾ ਕਿਹੋ ਜਿਹਾ, ਕਿਹੋ ਜਿਹੇ ਕੰਮ ਕਰਦਾ ਹੈ। ਛਿਨ ਮੈਂ ਰਾਓ ਰੰਕ ਕਰੀ, ਰਾਓ ਰੰਕ ਕਰ ਡਾਰੈ। ਭਾਵ ਰਾਜੇ ਨੂੰ ਕੰਗਾਲ, ਭਿਖਾਰੀ ਬਣਾ ਦਿੰਦਾ ਹੈ, ਭਿਖਾਰੀ ਨੂੰ ਰਾਜਾ ਬਣਾ ਦਿੰਦਾ ਹੈ ਇੱਕ ਸਿਨ ਦੇ ਵਿੱਚ। ਕਿਉਂ? ਸਤਿਗੁਰੂ ਜੀ ਬਚਨ ਕਰਦੇ ਨੇ, ਹੀਤੇ ਭਰੇ ਭਰੇ ਸਖਨਾਵੈ। ਭਾਵ ਜਿਹੜੇ ਭਾਂਡੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ ਹੈ, ਤੇ ਜਿਹੜੇ ਭਰੇ ਨੇ ਉਹਨਾਂ ਨੂੰ ਖਾਲੀ ਕਰ ਦਿੰਦਾ ਹੈ। ਭਾਵ ਜਿਹੜੇ ਅਮੀਰ ਨੇ ਉਹਨਾਂ ਨੂੰ ਗਰੀਬ ਕਰ ਦਿੰਦਾ ਹੈ, ਜਿਹੜੇ ਗਰੀਬ ਨੇ ਉਹਨਾਂ ਨੂੰ ਅਮੀਰ ਬਣਾ ਦਿੰਦਾ ਹੈ। ਹੀਤੇ ਭਰੇ ਭਰੇ ਸਖਨਾਵੈ, ਯਹ ਤਾਂ ਕੋ ਵਿਵਹਾਰੇ। ਇਹ ਉਹਦਾ ਨਿਤ ਦਾ ਕੰਮ ਹੈ ਪਰਮਾਤਮਾ ਦਾ। ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਕੋਈ ਅਮੀਰ ਤੋਂ ਗਰੀਬ ਹੋ ਰਿਹਾ ਹੈ, ਕੋਈ ਗਰੀਬ ਤੋਂ ਅਮੀਰ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਇਹ ਨਿਤ ਦੇ ਕੰਮ ਨੇ ਉਸ ਪਰਮਾਤਮਾ ਦੇ। ਰਾਜੇ ਤੋਂ ਭਿਖਾਰੀ, ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ। ਦੋ ਉਦਾਹਰਨਾਂ ਆਪਾਂ ਸਤਿਗੁਰਾਂ ਦੇ ਸ਼ਬਦ। ਹੁਣ ਜਦੋਂ 8ਵੇਂ ਪਾਤਸ਼ਾਹ ਪੰਜੋਖੜਾ ਗਏ ਤੇ 5 ਸਾਲ ਦੀ ਉਮਰ ਹੈ ਸਤਿਗੁਰੂ ਦੀ। ਹੁਣ ਉੱਥੇ ਕੀ ਪਤਾ ਸੀਗਾ ਪੰਡਤ ਲਾਲ ਚੰਦ ਨੂੰ ਵੀ ਮੈਂ ਕੱਲ ਨੂੰ ਆਪਣਾ ਜਨੇਊ ਉਤਾਰ ਕੇ ਇੱਕ 6-7 ਸਾਲ ਦੇ ਬੱਚੇ ਦੇ ਅੱਗੇ ਰੱਖ ਦੇਣ। ਉੱਥੇ ਕੀ ਪਤਾ ਸੀ ਸੱਜੂ ਝੀਵਰ ਨੂੰ, ਜਿਹਨੂੰ ਲੋਕ ਕਮਲਾ ਕਹਿੰਦੇ ਸੀ, ਮੂਰਖ ਕਹਿੰਦੇ ਸੀ, ਵੀ ਮੈਂ ਕੱਲ ਨੂੰ ਵਿਦਵਾਨ ਪੰਡਤ ਬਣ ਜਾਣਾ, ਗੀਤਾ ਦੇ ਅਰਥ ਕਰਨ ਵਾਲਾ ਬਣ ਜਾਣਾ। ਕਿਉਂ? ਇਹ ਪਰਮਾਤਮਾ ਦੇ ਘਰ ਦੀਆਂ ਸਿਫਤਾਂ ਨੇ, ਇਹ ਪਰਮਾਤਮਾ ਦੇ ਘਰ ਦੀਆਂ ਬਖਸ਼ਿਸ਼ਾਂ ਨੇ। ਸਤਿਗੁਰੂ ਜੀ ਕਹਿੰਦੇ ਸਿਨਮ ਹੈ ਰਾਓ ਰੰਕ ਕਰੀ, ਰਾਓ ਰੰਕ ਕਰ ਡਾਰੈ। ਹੀਤੇ ਭਰੇ ਭਰੇ ਸਖਨਾਵੈ, ਜੈ ਤਾਂ ਕੋ ਵਿਵਹਾਰੈ। ਇਹ ਉਹਦਾ ਨਿਤ ਦਾ ਕੰਮ ਹੈ, ਅਮੀਰ ਤੋਂ ਗਰੀਬ ਕਰਨਾ, ਗਰੀਬ ਤੋਂ ਅਮੀਰ, ਰਾਜੇ ਤੋਂ ਭਿਖਾਰੀ, ਭਿਖਾਰੀ ਤੋਂ ਰਾਜਾ ਬਣਾਉਣਾ। ਇਹ ਰੋਜ਼ ਦਾ ਕੰਮ ਹੈ। ਹੁਣ ਸਤਿਗੁਰਾਂ ਦਾ ਵਚਨ ਹੈ, ਸਤਿਗੁਰੂ ਜੀ ਕਹਿੰਦੇ ਜਿਹੜਾ ਕੋਈ ਹੱਸਦਾ ਜਾਂਦਾ ਹੈ, ਆਪਾਂ ਦੇਖਦੇ ਹਾਂ ਘਰੇ ਕਈ ਵਾਰ ਰੋਂਦਾ ਆਉਂਦਾ, ਪਰ ਕਹਿੰਦੇ ਜਿਹੜਾ ਰੋਂਦਾ ਜਾਂਦਾ ਹੈ ਉਹ ਹੱਸਦਾ ਆਉਂਦਾ ਹੈ। ਪਰਮਾਤਮਾ ਇਹੋ ਜਿਹਾ ਹੈ ਵੀ ਜਿੱਥੇ ਪਾਣੀ ਦੇ ਕੂਏ ਨੇ, ਖੂਹ ਨੇ, ਉੱਥੇ ਰੇਤ ਦੇ ਟਿੱਬੇ ਖੜੇ ਕਰ ਦਿੰਦਾ। ਜਿੱਥੇ ਰੇਤ ਦੇ ਟਿੱਬੇ ਨੇ
ਉੱਥੇ ਪਾਣੀ ਬਣਾ ਦਿੰਦਾ। ਸਤਿਗੁਰ ਜੀ ਬਚਨ ਕਰਦੇ ਨੇ, ਉਦਾਹਰਣ ਹੈ ਸਤਿਗੁਰਾਂ ਦਾ ਇੱਕ ਸ਼ਬਦ ਹੈ, ਹਸ ਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਵਸੈ। ਕਹਿੰਦੇ ਕਈ ਵਾਰ ਇਹੋ ਜਿਹਾ ਨਗਰ ਜਿਹੜਾ ਵਸਦਾ ਵੀ ਉੱਜੜ ਜਾਂਦਾ ਹੈ, ਤੇ ਇਹੋ ਜਿਹਾ ਨਗਰ ਜਿਹੜਾ ਉਜੜਿਆ ਹੋਇਆ ਵੀ ਵਸ ਜਾਂਦਾ ਹੈ। ਇਹ ਪਰਮਾਤਮਾ ਦੇ ਘਰ ਦੇ ਚੋਜ ਨੇ। ਫਿਰ ਸਤਿਗੁਰ ਜੀ ਬਚਨ ਕਰਦੇ ਨੇ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਕਹਿੰਦੇ ਜਲ ਦੇ ਵਿੱਚ ਭਾਵ ਪਾਣੀ ਦੇ ਵਿੱਚ ਰੇਤ ਦੇ ਟਿੱਬੇ ਟਿੱਲੇ ਖੜੇ ਕਰ ਦਿੰਦਾ, ਤੇ ਜਿੱਥੇ ਰੇਤ ਦੇ ਟਿੱਬੇ ਟਿੱਲੇ ਨੇ ਉੱਥੇ ਪਾਣੀ ਦੇ ਕੂਏ ਬਣਾ ਦਿੰਦਾ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾ, ਉੱਥੇ ਪਹਾੜ ਪਰਬਤ ਖੜੇ ਕਰ ਦਿੰਦਾ। ਇਹ ਸਤਿਗੁਰਾਂ ਦੇ ਕੌਤਕ ਨੇ, ਇਹ ਸਤਿਗੁਰਾਂ ਦੇ ਰੋਜ਼ ਦੇ ਖੇਲ ਨੇ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਕਹਿੰਦੇ ਧਰਤੀ ਦੇ ਉੱਪਰ ਆਕਾਸ਼ ਆਪਾਂ ਦੇਖੀਏ, ਇਹ ਜੋ ਪਹਾੜੀ ਇਲਾਕੇ ਨੇ, ਇੱਥੇ ਪਤਾ ਨਹੀਂ ਲੱਗਦਾ। ਜਿੱਦਾਂ ਸ੍ਰੀ ਹੇਮਕੁੰਡ ਸਾਹਿਬ ਦਾ ਹੈ ਇਲਾਕਾ ਹੈ, ਉਹਦੇ ਵਿੱਚ ਬੱਦਲ ਫਟ ਜਾਂਦੇ ਨੇ, ਪਾਣੀ ਪਾਣੀ ਹੋ ਜਾਂਦਾ। ਇਹ ਸਤਿਗੁਰਾਂ ਦੇ ਖੇਡ ਨੇ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਕਹਿੰਦੇ ਆਕਾਸ਼ ਨੂੰ ਗਿਰਾਉਂਦਾ, ਬੱਦਲ ਫਟ ਜਾਂਦੇ ਨੇ, ਜ਼ਮੀਨ ਤੇ ਪਾਣੀ ਹੀ ਪਾਣੀ, ਕਿਤੇ ਸੋਕਾ ਹੈ। ਇਹ ਪ੍ਰਮਾਤਮਾ ਦੇ ਖੇਲ ਨੇ। ਕਹਿੰਦੇ ਗੁਰੂ ਇਹ ਕਰਦਾ ਹੈ। ਅੱਗੇ ਫਿਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਕਹਿੰਦੇ ਭਿਖਾਰੀ ਹੈ ਜਿਹੜਾ ਮੰਗਤਾ ਹੈ, ਉਹਨੂੰ ਰਾਜ ਭਾਗ ਬਖਸ਼ ਦਿੰਦਾ ਹੈ, ਤੇ ਕਹਿੰਦੇ ਜਿਹੜਾ ਰਾਜਾ ਹੈ ਉਹਨੂੰ ਭਿਖਾਰੀ ਬਣਾ ਜਾਂਦਾ। ਇਹ ਕੁਦਰਤ ਦੀਆਂ ਖੇਡਾਂ ਨੇ, ਪਰਮਾਤਮਾ ਦੇ ਘਰ ਦੀਆਂ ਖੇਡਾਂ ਨੇ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਦੇਖੋ, ਖਲ ਮੂਰਖ ਤੇ ਪੰਡਤ ਕਰਬੋ। ਮੈਂ ਵਿਚਾਰ ਕਰਿਆ ਸੀ ਵੀ ਪੰਜੋਖੜਾ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਹੁੰਚਦੇ ਨੇ, ਨਾ ਸੁਣਿਆ ਪੰਡਤ ਲਾਲ ਚੰਦ ਨੇ ਬੜਾ ਵਿਦਵਾਨ ਸੀ। ਆਪਾਂ ਪਹਿਲਾਂ ਵੀ ਸਾਖੀ ਕਈ ਵਾਰ ਕੀਤੀ ਹੈ ਵੀ ਬੜਾ ਵਿਦਵਾਨ ਸੀ, ਗੀਤਾ ਦੇ ਅਰਥ ਜਾਣਦਾ ਸੀ, ਤੇ ਕ੍ਰਿਸ਼ਨ ਭਗਵਾਨ ਨੂੰ ਮੰਨਣ ਵਾਲਾ ਸੀ। ਉਹਨੇ ਸੋਚਿਆ ਵੀ ਕ੍ਰਿਸ਼ਨ ਤੋਂ ਉੱਪਰ ਹਰ ਕ੍ਰਿਸ਼ਨ ਕੌਣ ਹੋ ਸਕਦਾ, ਵੀ ਕ੍ਰਿਸ਼ਨ ਤਾਂ ਭਗਵਾਨ ਹੋਏ ਨੇ, ਪਰ ਇਹ ਕੌਣ ਹੈ ਜਿਹਨੇ ਆਪਣਾ ਨਾਮ ਹਰੀ ਕ੍ਰਿਸ਼ਨ ਰਖਵਾਇਆ ਹੋਇਆ। ਜਾ ਕੇ ਦਰਸ਼ਨ ਕੀਤੇ, ਕਹਿਣ ਲੱਗਿਆ ਵੀ ਜੇ ਤੁਸੀਂ ਕ੍ਰਿਸ਼ਨ ਭਗਵਾਨ ਤੋਂ ਵੱਡੇ ਹੋ, ਹਰੀ ਕ੍ਰਿਸ਼ਨ ਹੋ, ਤੁਸੀਂ ਇਸ ਤਰ੍ਹਾਂ ਕਰੋ, ਕਿਸੇ ਗੂੰਗੇ ਤੋਂ, ਕਿਸੇ ਬਹਿਰੇ ਤੋਂ, ਜਿਹਨੂੰ ਸੁਣਦਾ ਨਹੀਂ, ਬੋਲ ਨਹੀਂ ਸਕਦਾ, ਫਿਰ ਤੁਸੀਂ ਗੀਤਾ ਦੇ ਅਰਥ ਕਰਵਾ ਦਿਓ। ਕਹਿੰਦੇ ਹਰਿਕ੍ਰਿਸ਼ਨ ਪਾਤਸ਼ਾਹ ਜੀ ਕਹਿਣ ਲੱਗੇ ਵੀ ਜੇ ਤੇਰੇ ਮਨ ਦੇ ਵਿੱਚ ਸ਼ੰਕਾ ਹੈ, ਭੁਲੇਖਾ ਹੈ, ਜੇ ਅਸੀਂ ਕਿਸੇ ਨੂੰ ਬੁਲਾਇਆ ਤੈਨੂੰ ਵਿਸ਼ਵਾਸ ਨਹੀਂ ਆਉਣਾ, ਤੂੰ ਆਪਣੇ ਆਪ ਹੀ ਜਿਹੜਾ ਕਿਸ ਪਿੰਡ ਦੇ ਵਿੱਚ ਕੋਈ ਪਾਗਲ ਮੂਰਖ ਬੋਲ ਨਹੀਂ ਸਕਦਾ, ਉਹਨੂੰ ਲੈ ਕੇ ਆ ਜਾ। ਕਹਿੰਦੇ ਪੰਡਤ ਲਾਲ ਚੰਦ ਫਿਰ ਕਹਿੰਦੇ ਸੱਜੂ ਝੀਵਰ ਸੀ ਜਿਹੜਾ, ਜਿਹਨੂੰ ਸੁਣਦਾ ਨਹੀਂ ਸੀ, ਜ਼ੁਬਾਨ ਤੋਂ ਬੋਲ ਨਹੀਂ ਸੀ ਸਕਦਾ, ਉਹਨੂੰ ਫੜ ਕੇ ਲੈ ਗਿਆ। ਕਹਿੰਦੇ ਨਵਾਇਆ ਧਲਾਇਆ ਸਤਿਗੁਰਾਂ ਨੇ ਆਪਣੇ ਕੋਲ ਬਿਠਾ ਦਿੱਤਾ, ਤੇ ਸਤਿਗੁਰ ਜੀ ਇੱਕ ਸੜੀ ਰੱਖਦੇ ਸੀ ਕੋਲੇ, ਉਹ ਸੜੀ ਕਹਿੰਦੇ ਉਹ ਸੱਜੂ ਝੀਵਰ ਦੇ ਸਿਰ ਤੇ ਹੱਥ ਰੱਖ ਦਿੱਤੀ, ਤੇ ਪੰਡਤ ਲਾਲ ਚੰਦ ਨੂੰ ਕਿਹਾ ਵੀ ਤੂੰ ਸ਼ਲੋਕ ਬੋਲੀ ਚੱਲ, ਅਰਥ ਕਰਦਾ ਜਾਊਗਾ। ਤੇ ਹੁਣ ਪੰਡਤ ਲਾਲ ਚੰਦ ਗੀਤਾ ਦੇ ਕਹਿੰਦੇ ਸ਼ਲੋਕ ਬੋਲ ਰਿਹਾ, ਤੇ ਉਧਰ ਸੱਜੂ ਝੀਵਰ ਜਿਹਨੂੰ ਕੋਈ ਸਮਝ ਨਹੀਂ, ਲੋਕ ਪਾਗਲ ਕਹਿੰਦੇ ਸੀ, ਮੂਰਖ ਕਹਿੰਦੇ ਸੀ, ਕਹਿੰਦੇ ਉਹ ਗੀਤਾ ਦੇ ਅਰਥ ਕਰਦਾ ਜਾ ਰਿਹਾ, ਇੱਕ ਇੱਕ ਸ਼ਬਦ ਦੇ 60 ਅਰਥ ਕਰਦਾ ਗਿਆ। ਦੇਖੋ, ਇਹ ਸਤਿਗੁਰਾਂ ਦੇ ਕੌਤਕ ਨੇ। ਕਿਉਂ? ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਕਹਿੰਦੇ ਇਹ ਤਾਂ ਪੰਡਤ ਤੋਂ ਮੂਰਖ ਬਣਾ ਦਿੰਦਾ ਹੈਗਾ, ਵਿਦਵਾਨ ਤੋਂ ਮੂਰਖ ਬਣਾ ਦਿੰਦਾ, ਤੇ ਮੂਰਖ ਨੂੰ ਵਿਦਵਾਨ ਬਣਾ ਦਿੰਦਾ। ਇਹ ਸਤਿਗੁਰਾਂ ਦੇ ਕੌਤਕ ਨੇ। ਜਦੋਂ ਸੁਣਿਆ, ਕਹਿੰਦੇ ਪੰਡਤ ਲਾਲ ਚੰਦ ਨੇ ਆਪਣਾ ਜਨੇਊ ਉਤਾਰ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ, ਮੈਨੂੰ ਆਪਣਾ ਸਿੱਖ ਬਣਾ ਲਓ। ਉੱਥੇ ਫਿਰ ਸਿੱਖ ਬਣਿਆ ਪੰਡਤ ਲਾਲ ਚੰਦ।
ਮੇਰੇ ਕਹਿਣ ਤੋਂ ਭਾਵ ਜੋ ਆਪਾਂ ਕਰਾਂ ਛਿਨ ਮੈਂ ਰਾਉ ਰੰਕ ਕਰੀ, ਰਾਉ ਰੰਕ ਕਰ ਡਾਰੈ, ਹੀਤੇ ਭਰੇ ਭਰੇ ਸਖਨਾਵਾ ਜਾਂ ਤੇ ਉਹ ਵਿਵਹਾਰਾ। ਇਹ ਉਹਦਾ ਨਿਤ ਦਾ ਕਰਮ ਹੈ। ਖਲ ਮੂਰਖ ਤੇ ਪੰਡਤ ਕਰਬੋ ਪੰਡਤ ਦੇ ਮੁਕਤਾਰੀ। ਸਤਿਗੁਰ ਜੀ ਕਹਿੰਦੇ ਇਹ ਸਤਿਗੁਰਾਂ ਦੀ ਖੇਡ ਨੇ। ਅੱਗੇ ਫਿਰ ਸਤਿਗੁਰ ਜੀ ਬਚਨ ਕਰਦੇ ਨੇ, ਕਿਉਂ? ਇਹ ਸਤਿਗੁਰ ਆਪਣੇ ਕੌਤਕ ਵਰਤਾਉਂਦਾ। ਦੇਖੋ ਸਤਿਗੁਰਾਂ ਦਾ ਇੱਕ ਬਚਨ ਹੈ, ਕਹਿੰਦੇ ਕਈ ਵਾਰ ਬੰਦਾ ਕੀ ਕਰਦਾ, ਖੰਡ ਘਿਓ ਨੂੰ ਕਹਿੰਦੇ ਲੱਤਾਂ ਮਾਰਦਾ, ਤੇ ਕਈ ਵਾਰ ਕਹਿੰਦੇ ਘਰ ਘਰ ਤੋਂ ਟੁੱਕ ਮੰਗਣਾ ਪੈਂਦਾ, ਉਹ ਵੀ ਨਹੀਂ ਮਿਲਦਾ। ਆਪਾਂ ਵਿਚਾਰ ਕਰਾਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੇ ਖੇਡ ਕਿਹੋ ਜਿਹੇ ਨੇ। ਸਤਿਗੁਰਾਂ ਦੀ ਇੱਕ ਤੁਕ ਹੈ ਵੀ ਬੰਦਾ ਘਿਓ ਨੂੰ ਖੰਡ ਨੂੰ ਕਹਿੰਦੇ ਠੁੱਡੇ ਮਾਰਦਾ, ਕਦੇ ਕਦੇ ਫਿਰ ਕਹਿੰਦੇ ਟੁੱਕ ਵੀ ਨਹੀਂ ਮਿਲਦਾ ਉਹਨੂੰ। ਤੇ ਸਤਿਗੁਰਾਂ ਦਾ ਬਚਨ ਹੈ, ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ। ਕਦੇ ਖੰਡ ਘਿਓ ਨੂੰ ਠੇਡੇ ਮਾਰਦਾ, ਕਦੇ ਪਰਮਾਤਮਾ ਦਾ ਖੇਡ ਇਹੋ ਜਿਹਾ ਬਣਦਾ ਵੀ ਘਰ ਘਰ ਤੋਂ ਟੁੱਕ ਮੰਗਣਾ ਪੈਂਦਾ, ਉਹ ਵੀ ਨਹੀਂ ਮਿਲਦਾ। ਕਬਹੂ ਕੂਰਨ ਚਣੇ ਬਣਾਵੈ। ਸਤਿਗੁਰ ਜੀ ਕਹਿੰਦੇ ਫਿਰ ਕਦੇ ਜਿਹੜੇ ਚਣੇ ਨੇ ਸੁੱਕੇ ਉਹ ਖਾਣੇ ਪੈਂਦੇ ਨੇ। ਇਹ ਤਾਂ ਪਰਮਾਤਮਾ ਦੇ ਖੇਡ ਨੇ। ਜਿਉਂ ਰਾਮ ਰਾਖੇ ਤਿਉਂ ਰਹੀਆ ਰੇ ਭਾਈ, ਹਰ ਕੀ ਮਹਿਮਾ ਕਿਸ ਕਥਨ ਨਾ ਜਾਈ। ਉਹ ਪਰਮਾਤਮਾ ਦੀ ਮਹਿਮਾ ਨੂੰ ਕੌਣ ਕਥਨ ਕਰ ਸਕਦਾ? ਕਿਉਂ ਸਤਿਗੁਰ ਜੀ ਬਚਨ ਕਰਦੇ ਨੇ ਵੀ ਕਈ ਵਾਰ ਬੰਦਾ ਘੋੜਿਆਂ ਤੇ ਗੱਡੀਆਂ ਤੇ ਹੁੰਦਾ, ਤੇ ਕਈ ਵਾਰ ਇਹੋ ਜਿਹਾ ਸਮਾਂ ਆ ਜਾਂਦਾ ਪੈਰਾਂ ਦੇ ਵਿੱਚ ਪਾਉਣ ਨੂੰ ਜੁੱਤੀ ਵੀ ਨਹੀਂ ਹੁੰਦੀ। ਸਤਿਗੁਰਾਂ ਦੇ ਬਚਨ ਨੇ ਗੁਰਬਾਣੀ ਦੇ ਵਿੱਚ, ਕਬਹੂ ਤੁਰੇ ਤਰੰਗ ਨਚਾਵੈ, ਕਬਹੂ ਪਾਏ ਪਰਿਉ ਨਾ ਪਾਵੈ। ਕਦੇ ਪੈਰ ਵਿੱਚ ਪਾਉਣ ਨੂੰ ਜੁੱਤੀ ਵੀ ਨਹੀਂ ਹੁੰਦੀ, ਕਦੇ ਕਹਿੰਦੇ ਘੋੜਿਆਂ ਤਾਂ ਗੱਡੀਆਂ ਦੀਆਂ ਸਵਾਰੀਆਂ ਵੀ ਕਰਦਾ ਬੰਦਾ। ਆਪਾਂ ਵਿਚਾਰ ਕਰਿਆ, ਸਿਨ ਮੇ ਰਾਉ ਰੰਕ ਕਰੀ, ਰਾਉ ਰੰਕ ਕਰ ਡਾਰੈ। ਉਹ ਪਰਮਾਤਮਾ ਦੇ ਖੇਲ ਨੇ। ਰਾਜੇ ਤੋਂ ਭਿਖਾਰੀ ਬਣਾ ਦਿੰਦਾ, ਭਿਖਾਰੀ ਤੋਂ ਰਾਜਾ ਬਣਾ ਦਿੰਦਾ। ਫਿਰ ਅੱਗੇ ਸਤਿਗੁਰ ਜੀ ਬਚਨ ਕਰਦੇ ਨੇ, ਇਹ ਮਾਇਆ ਜਿਹੜੀ ਸਾਨੂੰ ਇਹ ਸੰਸਾਰ ਕੁਦਰਤ ਦਿਸ ਰਹੀ ਹੈ, ਇਹ ਸਾਰਾ ਪਿਸਾਰਾ ਉਹਦਾ ਖਿਲਾਰਿਆ ਹੋਇਆ ਹੈ, ਉਹੀ ਉਹਦੀ ਭਾਲ ਦੇਖਭਾਲ ਕਰ ਰਿਹਾ ਹੈ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਇਹ ਜਿੰਨਾ ਵੀ ਮਾਇਆ ਦਾ ਖੇਡ ਹੈ, ਕੁਦਰਤ ਆਪਾਂ ਦੇਖ ਰਹੇ ਹਾਂ, ਸੰਸਾਰ ਦੇਖ ਰਹੇ ਹਾਂ, ਬਨਸਪਤੀ ਹੈ, ਜੀਵ ਜੰਤੂ ਨੇ, ਮਨੁੱਖ ਨੇ, ਇਹ ਸਾਰਾ ਕੁਝ ਉਹਦਾ ਖਿਲਾਰਿਆ ਹੋਇਆ ਹੈ। ਆਪ ਹੀ ਉਹਦਾ ਪਾਲਣ ਪੋਸ਼ਣ ਕਰ ਰਿਹਾ ਹੈ। ਨਾਨਾ ਰੂਪ ਤਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਉਸ ਪਰਮਾਤਮਾ ਦੇ ਅਨੇਕਾਂ ਰੰਗ ਨੇ, ਉਹ ਅਨੇਕਾਂ ਰੰਗਾਂ ਦੇ ਵਿੱਚ ਖੇਡਦਾ, ਪਰ ਸਤਿਗੁਰੂ ਜੀ ਕਹਿੰਦੇ ਉਹਦਾ ਆਪਣਾ ਕੋਈ ਰੰਗ ਨਹੀਂ ਹੈ। ਉਹ ਸਾਰੇ ਰੰਗਾਂ ਤੋਂ ਨਵੇਕਲਾ ਹੈ, ਨਿਆਰਾ ਹੈ। ਕਿਉਂ? ਨਾਨਾ ਰੂਪ ਧਰੇ ਬਹੁ ਰੰਗੀ, ਉਹ ਬਹੁ ਰੂਪੀਆ ਹੈ, ਉਹਦੇ ਅਨੇਕਾਂ ਰੂਪ ਨੇ, ਸਭ ਤੇ ਰਹਿ ਨਿਆਰਾ, ਪਰ ਉਹ ਕਿਸੇ ਰੂਪ ਦੇ ਵਿੱਚ ਨਹੀਂ ਆਉਂਦਾ। ਇਹ ਉਹਦਾ ਗੁਣ ਹੈ, ਇਹ ਪਰਮਾਤਮਾ ਦਾ ਗੁਣ ਹੈ। ਆਪ ਨੇ ਅਨੇਕਾਂ ਰੂਪ ਬਣਾਏ ਹੋਏ ਨੇ, ਸਾਨੂੰ ਨਜ਼ਰ ਆਉਂਦੇ ਨੇ, ਪਰ ਪਰਮਾਤਮਾ ਦਾ ਆਪਣਾ ਕੋਈ ਰੂਪ ਨਹੀਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਵੀ ਉਹਦੀ ਗਤ ਨੂੰ ਕੌਣ ਜਾਣ ਸਕਦਾ, ਉਹਦੇ ਕੌਤਕਾਂ ਨੂੰ ਕੌਣ ਸਮਝ ਸਕਦਾ। ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਅਗਨਤ ਅਪਾਰ ਅਲਖ ਨਿਰੰਜਨ, ਜੇ ਸਭ ਜਗ ਪਰਮਾਇਓ। ਕਹਿੰਦੇ ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ। ਅਗਨਤ, ਅਗਨਤ ਦਾ ਅਰਥ ਹੈ ਨਾ ਗਿਣੇ ਜਾਣ ਵਾਲੇ। ਅਪਾਰ ਅਲਖ, ਕਹਿੰਦੇ ਉਹ ਬੇਅੰਤ ਹੈ। ਅਲਖ ਜਿਹੜਾ ਅਲਖਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਉਹ ਬੇਅੰਤ ਹੈ। ਅਗਨਤ ਅਪਾਰ ਅਲਖ ਨਿਰੰਜਨ, ਨਿਰੰਜਨ ਦਾ ਅਖਰੀ ਅਰਥ ਉਹ ਕਾਲਖ ਤੋਂ ਰਹਿਤ ਹੈ, ਉਹਨੂੰ ਕਿਸੇ ਚੀਜ਼ ਦਾ ਕੋਈ ਧੱਬਾ ਨਹੀਂ ਲੱਗਿਆ। ਉਹ ਪਰਮਾਤਮਾ ਦੇ ਗੁਣ ਨੇ। ਕਹਿੰਦੇ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ। ਉਹ ਬੇਅੰਤ ਹੈ, ਉਹ ਅਦ੍ਰਿਸ਼ਟਮਾਨ ਹੈ, ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਸਤਿਗੁਰੂ ਜੀ ਕਹਿੰਦੇ ਉਹ ਨਿਰਲੇਪ ਹੈ। ਜੈ ਸਭ ਜਗ ਭਰਮਾਇਓ, ਕਹਿੰਦੇ ਪਰਮਾਤਮਾ ਨੇ ਸਾਰੇ ਜਗਤ ਨੂੰ ਇਸ ਮਾਇਆ ਦੇ ਵਿੱਚ
ਭਟਕਣਾ ਦੇ ਵਿੱਚ ਪਾਇਆ ਹੋਇਆ ਹੈ। ਭਰਮਾਇਆ ਹੋਇਆ ਮਤਲਬ ਇਹ ਭਟਕਣਾ ਦੇ ਵਿੱਚ ਪਾਇਆ ਹੋਇਆ ਹੈ। ਮਨੁੱਖ ਇਸ ਭਟਕਣਾ ਦੇ ਵਿੱਚ ਭੱਜਿਆ ਫਿਰਦਾ ਹੈ, ਕਿਉਂ ਉਹਦੇ ਗੁਣਾਂ ਦੀ ਕਿਸੇ ਨੂੰ ਸਮਝ ਨਹੀਂ ਆ ਸਕਦੀ। ਫਿਰ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਸਗਲ ਭਰਮ ਤਜ ਨਾਨਕ ਪ੍ਰਾਣੀ। ਕਹਿੰਦੇ ਹੇ ਮਨੁੱਖ, ਹੇ ਜੀਵ, ਤੂੰ ਆਪਣੇ ਮਨ ਦੇ ਵਿੱਚੋਂ ਸਾਰੇ ਵਹਿਮ ਭਰ ਕੱਢ ਦੇ, ਕਿਉਂ ਅਸੀਂ ਵਹਿਮਾਂ ਭਰਮਾਂ ਦੇ ਕਰਕੇ ਤੁਰੇ ਫਿਰਦੇ ਹਾਂ ਗੁਰੂ ਨਾਨਕ ਦੇ ਦਰ ਨੂੰ ਛੱਡ ਕੇ। ਧੰਨ ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਨੇ ਬਚਨ ਕੀਤਾ ਵੀ ਮੈਂ ਬੜਾ ਗਰੀਬ ਹਾਂ, ਕਿਰਪਾ ਕਰੋ। ਕਹਿੰਦੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਕਿਸੇ ਵੱਡੇ ਬੰਦੇ ਦੇ ਨਾਲ ਯਾਰੀ ਲਾ ਲੈ, ਕਿਸੇ ਅਮੀਰ ਦੇ ਨਾਲ ਯਾਰੀ ਲਾ ਲੈ, ਤੂੰ ਆਪਣੇ ਆਪ ਹੀ ਅਮੀਰ ਬਣ ਜਾਏਗਾ। ਸਤਿਗੁਰੂ ਜੀ ਬਚਨ ਜਦੋਂ ਬਾਬਾ ਆਨੰਦ ਸਿੰਘ ਜੀ ਨੇ ਕੀਤੇ ਵੀ ਕਿਸੇ ਅਮੀਰ ਨਾਲ ਯਾਰੀ ਲਾ ਲੈ, ਦੋਸਤੀ ਲਾ ਲੈ, ਤੂੰ ਅਮੀਰ ਬਣ ਜਾਏਗਾ। ਪੁੱਛਣ ਲੱਗਿਆ ਵੀ ਅਮੀਰ ਕੌਣ ਹੈ, ਕਿਹਦੇ ਨਾਲ ਯਾਰੀ ਲਾਵਾਂ, ਕੌਣ ਹੈ ਸਭ ਤੋਂ ਵੱਡਾ। ਆਪਾਂ ਰੋਜ਼ ਪੜ੍ਹਦੇ ਹਾਂ, ਅਸੀਂ ਤਕੜੇ ਬੰਦੇ ਦੇ ਨਾਲੋਂ ਯਾਰੀ ਛੱਡ ਕੇ ਗਰੀਬ ਦੇ ਨਾਲ ਲਾਉਂਦੇ ਹਾਂ, ਜਿਹੜਾ ਉਹ ਰੋਜ਼ਾਨਾ ਤਕੜੇ ਤੋਂ ਮੰਗਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਹਿੰਦੇ ਇਹ ਤੁਕ ਪੜ੍ਹ ਕੇ ਸੁਣਾਈ ਬਾਬਾ ਆਨੰਦ ਸਿੰਘ ਜੀ ਨੇ। ਕਹਿੰਦੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਹੜਾ ਸਾਰਿਆਂ ਦੀ ਰਾਖੀ ਕਰਨ ਵਾਲਾ ਸਭ ਤੋਂ ਵੱਡਾ ਗੁਰੂ ਨਾਨਕ ਹੈ। ਕਹਿੰਦੇ ਤੂੰ ਉਹਦੇ ਨਾਲ ਯਾਰੀ ਲਾ ਲੈ, ਆਪਣੇ ਆਪ ਹੀ ਤੇਰੇ ਦੁੱਖ ਕਲੇਸ਼ ਸਾਰੀ ਗਰੀਬੀ ਤੇਰੀ ਚੱਕੀ ਜਾਊ। ਮੇਰੇ ਕਹਿਣ ਤੋਂ ਭਾਵ ਸਾਡੇ ਅੰਦਰ ਜਿਹੜੇ ਵਹਿਮ ਭਰਮ ਨੇ ਉਹ ਪਰਮਾਤਮਾ ਦੇ ਨਾਲੋਂ ਤੋੜ ਰਹੇ ਨੇ ਸਾਨੂੰ। ਹੁਣ ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਨੇ ਚਿੱਤ ਪਰਮਾਤਮਾ ਦੇ ਨਾਲ ਲਾਇਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਵਹਿਮ ਭਰਮ ਕੱਢ ਦਿੱਤੇ ਨੇ। ਅਖੀਰਲੀ ਤੁਕ ਹੈ ਸਤਿਗੁਰਾਂ ਦੀ, ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਕਹਿੰਦੇ ਸਗਲ ਭਰਮ ਤਜ ਨਾਨਕ ਪ੍ਰਾਣੀ, ਹੇ ਨਾਨਕ, ਜਿਸ ਜੀਵ ਨੇ ਤਜ ਦਾ ਅਖਰੀ ਅਰਥ ਹੈ ਛੱਡ ਦਿੱਤੇ, ਸਗਲ ਭਰਮ ਸਾਰੇ ਭਰਮ ਆਪਣੇ ਅੰਦਰੋਂ ਤਿਆਗ ਦਿੱਤੇ, ਉਹ ਮਨੁੱਖ ਨੇ ਚਰਨ ਤਾਹੇ ਚਿਤ ਲਾਇਓ। ਉਹਨੇ ਫਿਰ ਪ੍ਰਭੂ ਦੇ ਨਾਲ ਆਪਣੇ ਚਿੱਤ ਨੂੰ ਜੋੜ ਦਿੱਤਾ, ਸਾਰੇ ਵਹਿਮ ਭਰਮ ਕੱਢ ਕੇ। ਇਸ ਕਰਕੇ ਆਪਾਂ ਨੂੰ ਗੁਰਬਾਣੀ ਪੜ੍ਹਨ ਦੀ ਹਦਾਇਤ ਹੈ ਵੀ ਜੇ ਗੁਰਬਾਣੀ ਪੜ੍ਹੇਗਾ ਤੇਰੇ ਅੰਦਰੋਂ ਆਪਣੇ ਆਪ ਹੀ ਵਹਿਮ ਭਰਮ ਦੂਰ ਹੋ ਜਾਣ। ਆਪਾਂ ਵਿਚਾਰ ਕਰ ਰਹੇ ਸੀ ਵੀ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਰਾਜੇ ਨੂੰ ਗਰੀਬ ਕਰ ਦਿੰਦੇ ਨੇ, ਗਰੀਬ ਨੂੰ ਅਮੀਰ ਬਣਾ ਦਿੰਦੇ ਨੇ, ਇਹ ਉਹਦੇ ਖੇਡ ਨੇ। ਪਰ ਸਤਿਗੁਰਾਂ ਦੇ ਕਹਿੰਦੇ ਚਰਨਾਂ ਦੇ ਵਿੱਚ ਚਿੱਤ ਉਹਦਾ ਜੁੜਦਾ ਹੈ ਜਿਹਦੇ ਅੰਦਰੋਂ ਸਾਰੇ ਵਹਿਮ ਭਰਮ ਖਤਮ ਹੋ ਜਾਣੇ ਨੇ। ਕਿਉਂ ਇਹ ਜ਼ਿੰਦਗੀ ਦਾ ਖੇਡ ਹੈ, ਪਤਾ ਨਹੀਂ ਅਜੇ ਮਨੁੱਖ ਦੇ ਨਾਲ ਕੀ ਬਣਨਾ ਕੀ ਨਹੀਂ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ। ਕਹਿੰਦੇ ਹੰਕਾਰ ਨਹੀਂ ਕਰਨਾ ਚਾਹੀਦਾ, ਗਰੀਬ ਤੇ ਹੱਸਣਾ ਨਹੀਂ ਚਾਹੀਦਾ, ਮਜ਼ਾਕ ਨਹੀਂ ਕਰਨਾ ਚਾਹੀਦਾ। ਅਜੇ ਸੋ ਨਾਉ ਸਮੁੰਦ ਮੇ, ਅਜੇ ਕਿਸ਼ਤੀ ਸਮੁੰਦਰ ਦੇ ਵਿੱਚ ਹੈ। ਅਜੇ ਸੋ ਨਾਉ ਸਮੁੰਦ ਮੇ, ਕਿਆ ਜਾਨੋ ਕਿਆ ਹੋਏ। ਪਤਾ ਨਹੀਂ ਅਜੇ ਕੀ ਬਣਨਾ, ਜਦੋਂ ਬੰਦੇ ਦਾ ਜੀਵਨ ਹੈ ਅੱਗੇ ਜਾ ਕੇ ਕੀ ਬਣਨਾ। ਗੁਰੂ ਜੀ ਕਹਿੰਦੇ ਕਿਸੇ ਤੇ ਹੱਸਣਾ ਨਹੀਂ ਚਾਹੀਦਾ, ਮਜ਼ਾਕ ਨਹੀਂ ਕਰਨਾ ਚਾਹੀਦਾ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ ਸੀ, ਜਿਸ ਤੋਂ ਮੁੱਖ ਭਾਵ ਤੱਤ ਹੈ ਵੀ ਪਰਮਾਤਮਾ ਦੇ ਕਿਸੇ ਨੇ ਅਪਾਰਾ ਪਾਰ ਨਹੀਂ ਪਾਇਆ ਅਜੇ ਤੱਕ। ਉਹ ਬੇਅੰਤ ਹੈ, ਉਹ ਬੇਅੰਤ ਹੈ, ਉਹ ਸਭ ਕੁਝ ਕਰਨ ਵਾਲਾ ਹੈ। ਇਸ ਕਰਕੇ ਆਓ ਕਥਾ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ਣ ਯੋਗ ਹੈ। ਗੁਰੂ ਸਾਹਿਬ ਸਮਰੱਥ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।